ਸ੍ਰੀ ਗੁਰ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ। ਹਰਿ ਗੋਬਿੰਦ ਸੁਭ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਧ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ ਤਖਤ ਕਿਆਓ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਸਤਿਗੁਰਾਂ ਨੇ ਕਿਰਪਾ ਕੀਤੀ ਹੈ ਆਪਣੇ ਅੰਮ੍ਰਿਤਮਈ ਦੀਦਾਰ ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਆ ਹੈ। ਲੜੀਵਾਰ ਰੂਪ ਵਿੱਚ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਸਾਧ ਸੰਗਤ ਜੀ ਸਰਵਣ ਕਰ ਰਹੇ ਹਨ। ਜਿਵੇਂ ਸਤਿਗੁਰੂ ਗਰੀਬ ਨਵਾਜ ਮਾਲਵੇ ਦੇ ਇਲਾਕੇ ਵਿੱਚ ਵੱਖ-ਵੱਖ ਨਗਰਾਂ ਥਾਣੀ ਹੁੰਦੇ ਹੋਏ ਬਖਸ਼ਿਸ਼ਾਂ ਕਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਫੇਰ ਸ੍ਰੀ ਮੁਕਤਸਰ ਸਾਹਿਬ ਵਾਲੇ ਅਸਥਾਨ ਤੇ ਪਹੁੰਚਣਾ ਕੀਤਾ। ਫੇਰ ਵਰਦਾਨ ਰੂਪੀ ਬਚਨ ਮਹਾਰਾਜ ਸਾਹਿਬ ਜੀ ਨੇ ਕੀਤੇ ਵੀ ਇੱਥੇ ਮਹਾਨ ਸਰੋਵਰ ਹੋਵੇਗਾ ਜਿਸ ਦੇ ਇਸ਼ਨਾਨ ਦਾ ਮਹਾਨ ਫਲ ਪ੍ਰਾਪਤ ਹੋਵੇਗਾ। ਔਰ ਇੱਥੋਂ ਗਰੀਬ ਨਵਾਜ ਸਾਹਿਬ ਜੀ ਰਾਤ ਬਤੀਤ ਕਰਕੇ ਜਿਵੇਂ ਅੱਗੇ ਰੁਪਾਣੇ ਨਗਰ ਵਿੱਚ ਮਹਾਰਾਜ ਸਾਹਿਬ ਜੀ ਗਰੀਬ ਨਵਾਜ ਸੱਚੇ ਪਾਤਸ਼ਾਹ ਪਹੁੰਚਦੇ ਹਨ। ਇਹ ਇਤਿਹਾਸ ਆਰੰਭ ਹੋ ਰਿਹਾ ਹੈ। ਕਲਗੀਧਰ ਪਾਤਸ਼ਾਹ ਅੰਮ੍ਰਿਤ ਕੇ ਦਾਤੇ ਪੰਥ ਕੇ ਵਾਲੀ
ਸਤਿਗੁਰੂ ਦਸ਼ਮੇਸ਼ ਪਿਤਾ ਜੀ ਦਾ ਧਿਆਨ ਧਰਦਿਆਂ ਹੋਇਆਂ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹਾਰਾਜ ਸਾਹਿਬ ਜੀ ਸ੍ਰੀ ਮੁਕਤਸਰ ਸਾਹਿਬ ਵਾਲੇ ਸਥਾਨ ਤੋਂ ਅੱਗੇ ਪੈਂਡਾ ਤੈਅ ਕਰਕੇ ਫਿਰ ਰੁਪਾਣੀ ਨਗਰ ਮਹਾਰਾਜ ਸਾਹਿਬ ਜੀ ਚੱਲ ਕਰਕੇ ਆਏ ਹਨ। ਇਸ ਰੁਪਾਣੀ ਨਗਰ ਦੇ ਵਿੱਚ ਮਹਾਰਾਜ ਨੇ ਉਤਾਰਾ ਕੀਤਾ ਹੈ। ਗੁਰੂ ਸਾਹਿਬ ਜੀ ਦੀ ਫੌਜ ਨਾਲ ਹੈ, ਬੈਰਾੜ ਸਿੱਖ ਨਾਲ ਹਨ ਔਰ ਘੋੜੇ ਬੰਨ੍ਹ ਦਿੱਤੇ ਗਏ। ਤੇ ਇੱਥੇ ਫਿਰ ਮਹਾਰਾਜ ਸਾਹਿਬ ਜੀ ਦੇ ਸਿੱਖਾਂ ਸੇਵਕਾਂ ਨੇ ਜਲ ਪਾਣੀ ਤਿਆਰ ਕੀਤਾ ਹੈ, ਸ਼ਰਧਾਈ ਤਿਆਰ ਕੀਤੀ ਹੈ। ਗਿਰੀਆਂ ਬਦਾਮ ਆਦਿਕ ਵਿੱਚ ਪਾ ਕਰਕੇ, ਮਗਜ ਪਾ ਕਰਕੇ ਇਹ ਜਲ ਪਾਣੀ ਤਿਆਰ ਕੀਤਾ ਹੈ, ਇਹ ਛਕਣਾ ਕੀਤਾ ਹੈ। ਇਸ ਤਰ੍ਹਾਂ ਇਹ ਸ਼ਰਧਾਈ ਛਕ ਕਰਕੇ ਤੇ ਫਿਰ ਮਹਾਰਾਜ ਸਾਹਿਬ ਜੀ ਇੱਧਰ ਉੱਧਰ ਵਿਚਰ ਰਹੇ ਹਨ ਇਹ ਰੁਪਾਣੀ ਨਗਰ ਦੇ ਵਿੱਚ। ਤੇ ਸਤਿਗੁਰੂ ਜੀ ਨੇ ਆਪਣੇ ਕਮਾਨ ਦੇ ਵਿੱਚ ਤੀਰ ਰੱਖਿਆ ਹੋਇਆ ਹੈ। ਇੱਕ ਉੱਚਾ ਜਿਹਾ ਥਾਂ ਸੀ, ਟਿੱਬਾ ਜਿਹਾ ਸੀ ਤੇ ਉਸ ਟਿੱਬੇ ਦੇ ਉੱਤੇ ਇੱਕ ਘੋਗੜ ਨਾਮ ਦਾ ਪੰਛੀ ਵੇਖਿਆ। ਤੇ ਤੀਰ ਮਾਰਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਤੀਰ ਦਾ ਨਿਸ਼ਾਨਾ ਲਾ ਕੇ ਜਦੋਂ ਤੀਰ ਛੱਡਿਆ ਨਾ ਆਪਣੇ ਕਮਾਨ ਦੇ ਵਿੱਚੋਂ, ਉਹ ਜਾ ਕੇ ਵੱਜਾ ਉਸ ਘੋਗੜ ਨਾਮ ਦੇ ਪੰਛੀ ਨੇ ਤੇ ਘੋਗੜ ਨੂੰ ਮਾਰ ਕੇ ਥੱਲੇ ਸੁੱਟ ਦਿੱਤਾ ਮਹਾਰਾਜ ਸਾਹਿਬ ਨੇ। ਸੋ ਇਸ ਘੋਗੜ ਨਾਮ ਦੇ ਪੰਛੀ ਦੇ ਸੰਬੰਧ ਵਿੱਚ ਭਾਈ ਵੀਰ ਸਿੰਘ ਜੀ ਨੇ ਲਿਖਿਆ ਕਿ ਇਹ ਗਿੱਧ ਵਰਗਾ, ਗਿਲਜ ਵਰਗਾ ਜੋ ਪਿੰਡਾਂ ਦੇ ਇਰਦ ਗਿਰਦ ਹੀ ਵਸਦਾ ਹੈ ਤੇ ਮਲ ਖਾਂਦਾ ਹੈ। ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਨੇ ਵੀ ਇਸ ਪੰਛੀ ਦੇ ਸੰਬੰਧ ਵਿੱਚ ਐਸਾ ਹੀ ਜ਼ਿਕਰ ਕੀਤਾ ਹੈ। ਜਿਹੜਾ ਘੋਗੜ ਪੰਛੀ ਹੈ ਕਿ ਇਹ ਗਿਲਜ ਵਰਗਾ ਹੁੰਦਾ ਹੈ, ਇੱਲ ਵਰਗਾ, ਤੇ ਇਹ ਮੈਲ ਖਾਂਦਾ ਹੈ। ਤੋ ਇਸ ਪ੍ਰਕਾਰ ਦਾ ਜੋ ਇਹ ਪੰਛੀ ਹੈ ਇਸ ਨੂੰ ਮਾਰ ਦਿੱਤਾ ਹੈ ਕਲਗੀਧਰ ਪਾਤਸ਼ਾਹ ਜੀ ਨੇ। ਉਸ ਵੇਲੇ ਮਹਾਰਾਜ ਦੇ ਪਾਸ ਇੱਕ ਜੋਰਾ ਸਿੰਘ ਨਾਮ ਦਾ ਸਿੰਘ ਖਲੋਤਾ। ਇਸ ਭਾਈ ਜੋਰਾ ਸਿੰਘ ਨੇ ਬੇਨਤੀ ਕੀਤੀ ਭਾਈ ਜੋਰਾ ਸਿੰਘ ਨੇ ਕਿ ਪ੍ਰਭੂ ਜੀ ਆਪ ਜੀ ਨੇ ਇੱਕ ਘੋਗੜ ਨਾਮਕ ਪੰਛੀ ਜੋ ਹੈ ਇਸ ਨੂੰ ਮਾਰ ਦਿੱਤਾ ਆਪਣੇ ਤੀਰ ਦੇ ਨਾਲ। ਮਹਾਰਾਜ ਇਹ ਤਾਂ ਕਿਸੇ ਕੰਮ ਆਉਣ ਵਾਲਾ ਵੀ ਨਹੀਂ ਹੈ ਪੰਛੀ, ਇਹਨੂੰ ਕਾਹਦੇ ਵਾਸਤੇ ਮਹਾਰਾਜ ਆਪ ਜੀ ਨੇ ਮਾਰਿਆ, ਕਿਉਂ ਮਾਰਿਆ? ਇਹ ਤਾਂ ਇੱਥੇ ਮਰਿਆ ਪਿਆ ਰਹੇਗਾ, ਇਹ ਕਿਸੇ ਕੰਮ ਆਉਣ ਵਾਲਾ ਨਹੀਂ ਹੈ। ਮਹਾਰਾਜ ਇਹ ਇੱਥੇ ਇਸ ਤਰ੍ਹਾਂ ਹੀ ਪਿਆ ਰਹਿ ਜਾਵੇਗਾ, ਇਹਨੂੰ ਕੌਣ ਖਾਵੇਗਾ? ਇਹਨੂੰ ਤਾਂ ਕੋਈ ਖਾਂਦਾ ਵੀ ਨਹੀਂ ਹੈ। ਤਾਂ ਇਹ ਪੰਛੀ ਇੱਥੇ ਇਸ ਤਰ੍ਹਾਂ ਹੀ ਪਿਆ ਰਹੇਗਾ ਮਰਿਆ ਹੋਇਆ। ਮਹਾਰਾਜ ਇਸ ਘੋਗੜ ਨਾਮੇ ਪੰਛੀ ਨੂੰ ਮਾਰਨ ਦੇ ਵਿੱਚ ਕੀ ਕਾਰਨ ਹੈ? ਇਸ ਨੂੰ ਕਿਉਂ ਮਾਰਿਆ ਹੈ? ਇਹ ਸੱਚੇ ਪਾਤਸ਼ਾਹ ਪ੍ਰਭੂ ਜੀ ਆਪ ਕਿਰਪਾ ਕਰਕੇ ਉਚਾਰਨ ਕਰੋ, ਕਿਰਪਾ ਕਰਕੇ ਦੱਸੋ ਕਿ ਇਹ ਘੋਗੜ ਨਾਮੇ ਪੰਛੀ ਨੂੰ ਕਿਉਂ ਮਾਰਨਾ ਕੀਤਾ ਹੈ। ਫਿਰ ਭਾਈ ਜੋਰਾ ਸਿੰਘ ਨੂੰ ਸਤਿਗੁਰੂ ਗਰੀਬ ਨਵਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸੁਭਾਏਮਾਨ ਮੁਖ ਤੋਂ ਕਹਿ ਕਰਕੇ ਸਮਝਾਉਣਾ ਕੀਤਾ ਹੈ। ਗਰੀਬ ਨਵਾਜ ਕਹਿਣ ਲੱਗੇ ਵੀ ਇਹ ਜਿਹੜਾ ਪੰਛੀ ਹੈ ਨਾ ਘੋਗੜ, ਇਸ ਜਨਮ ਤੋਂ ਪਹਿਲਾਂ ਵੀ ਇਸ ਨੇ 100 ਜਨਮ ਘੋਗੜ ਦਾ ਪਾਇਆ। 100 ਜਨਮ, ਇਸ ਜਨਮ ਤੋਂ ਪਹਿਲਾਂ ਇਹਨੇ 100 ਜਨਮ ਘੋਗੜ ਦਾ ਪ੍ਰਾਪਤ ਕੀਤਾ ਹੈ। ਤਾਂ ਇਹ 100 ਜਨਮ ਘੋਗੜ ਦੇ ਤੋਂ ਪਹਿਲਾਂ ਇਸ ਨੇ ਰਾਜ ਭਾਗ ਭੋਗਿਆ। ਪ੍ਰਥਮ ਨਿਰਪਤ ਥੋ ਜੁਗਤ ਜਮਈਅਤ, ਪਹਿਲਾਂ ਇਹ ਪਹਿਲੇ ਸਮੇਂ ਦੇ ਵਿੱਚ ਇਹ ਰਾਜਾ ਸੀ ਔਰ ਇਹ ਪ੍ਰਜਾ ਦੇ ਸਹਿਤ ਫੌਜ ਦੇ ਸਮੇਤ ਇਹ ਰਾਜ ਕਰਦਾ ਸੀ। ਤਾਂ ਇਸ ਰਾਜੇ ਦੇ ਰਾਜ ਭਾਗ ਦੇ ਵਿੱਚ
ਇੱਕ ਗਰੀਬ ਸਿੱਖ ਰਹਿੰਦਾ ਸੀ ਉਸ ਮੌਕੇ ਤੇ। ਰਸਤੇ ਕੇਤਕ ਸਮਾਂ ਬਿਤਾਏ। ਇਸ ਘੋਗੜ ਨੇ ਜਦੋਂ ਰਾਜਾ ਹੋ ਕੇ ਰਾਜ ਕਰਦਾ ਸੀ ਨਾ, ਇਹਨੇ ਵਸਦਿਆਂ ਹੋਇਆਂ ਜਦੋਂ ਕੁਝ ਸਮਾਂ ਬਤੀਤ ਕੀਤਾ, ਇੱਕ ਦਿਨ ਸਿੱਖ ਦੇ ਮਨ ਆਏ। ਇੱਕ ਦਿਨ ਉਸ ਗਰੀਬ ਸਿੱਖ ਦੇ ਮਨ ਵਿੱਚ ਇਸ ਤਰ੍ਹਾਂ ਆਇਆ, ਗੁਰੂ ਸਾਹਿਬ ਜੀ ਦੇ ਹਿੱਤ, ਗੁਰੂ ਸਾਹਿਬ ਜੀ ਦੇ ਪਿਆਰ ਵਿੱਚ ਗਰੀਬ ਸਿੱਖ ਨੇ ਆਪਣੇ ਘਰ ਦੇ ਵਿੱਚ ਸੰਗਤ ਨੂੰ ਪ੍ਰਸ਼ਾਦਾ ਪਾਣੀ ਛਕਾਉਣ ਦਾ ਪ੍ਰਬੰਧ ਕੀਤਾ ਤੇ ਸਾਰੀ ਤਰ੍ਹਾਂ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਸਾਰੀ ਤਿਆਰੀ ਕੀਤੀ ਵੀ ਮੈਂ ਗੁਰਸਿੱਖਾਂ ਨੂੰ ਪ੍ਰਸ਼ਾਦਾ ਪਾਣੀ ਛਕਾ ਕਰਕੇ ਗੁਰੂ ਕੀ ਸੰਗਤ ਦੀ ਖੁਸ਼ੀ ਲਵਾਂ, ਸੰਗਤ ਦੀ ਸੇਵਾ ਕਰਾਂ। ਤੇ ਸਮੂਹ ਸਿੱਖਾਂ ਨੂੰ ਨਿਉਂਦਾ ਦਿੱਤਾ ਉਸ ਗਰੀਬ ਸਿੱਖ ਨੇ। ਭਾਵ ਆਪਣੇ ਘਰੇ ਆਉਣ ਵਾਸਤੇ ਪ੍ਰੇਮ ਨਾਲ ਸ਼ਰਧਾ ਨਾਲ ਬੇਨਤੀ ਕੀਤੀ ਵੀ ਗੁਰਸਿੱਖੋ, ਮੈਂ ਸੰਗਤ ਦਾ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਹੈ ਤੇ ਆਪ ਸਾਰੇ ਦਰਸ਼ਨ ਦਿਓ, ਚਰਨ ਪਾਇਓ। ਤਾਂ ਉਸ ਵੇਲੇ ਇਹ ਜਿਹੜਾ ਰਾਜਾ ਸੀ ਨਾ, ਇਹ ਰਾਜਾ ਵੀ ਸਿੱਖ ਸੀ ਔਰ ਇਸ ਦੇ ਘਰ ਦੇ ਵਿੱਚ ਜਾ ਕਰਕੇ ਇਸ ਨੂੰ ਵੀ ਬੇਨਤੀ ਕੀਤੀ। ਭਾਵ ਰਾਜੇ ਨੇ ਵੀ ਨਿਉਂਦਾ ਲੈਣਾ ਕੀਤਾ। ਉਸ ਸਿੱਖ ਨੇ ਬੇਨਤੀ ਕੀਤੀ ਵੀ ਰਾਜਨ ਤੁਸੀਂ ਵੀ ਆਇਓ, ਮੈਂ ਘਰੇ ਸੰਗਤ ਦੀ ਸੇਵਾ ਵਾਸਤੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਹੈ ਤੇ ਰਾਜਨ ਤੁਸੀਂ ਵੀ ਦਰਸ਼ਨ ਦਿਓ। ਉਸ ਵੇਲੇ ਉਹ ਗਰੀਬ ਸਿੱਖ ਦੇ ਘਰ ਦੇ ਵਿੱਚ ਸਾਰਿਆਂ ਦਾ ਮੇਲ ਹੋਇਆ ਤੇ ਸਾਰੀ ਸੰਗਤ ਆਈ ਤੇ ਇਹ ਰਾਜਾ ਵੀ ਆਇਆ। ਗੁਰੂ ਕਲਗੀਧਰ ਪਾਤਸ਼ਾਹ ਦੱਸ ਰਹੇ ਭਾਈ ਜੋਰਾ ਸਿੰਘ ਨੂੰ ਕਿ ਭਾਈ ਜੋਰਾ ਸਿੰਘਾ ਫਿਰ ਅਰਦਾਸ ਹੋਈ। ਜੋ ਗੁਰੂ ਘਰ ਦੀ ਮਰਿਆਦਾ ਹੈ, ਪ੍ਰਸ਼ਾਦਾ ਤਿਆਰ ਹੋ ਜਾਵੇ ਫਿਰ ਅਰਦਾਸ ਹੁੰਦੀ ਹੈ, ਪ੍ਰਸ਼ਾਦਾ ਲੰਗਰ ਵਰਤਾਉਣਾ ਆਰੰਭ ਕੀਤਾ ਜਾਂਦਾ ਹੈ। ਤੇ ਫਿਰ ਅਰਦਾਸ ਬੇਨਤੀ ਹੋ ਕਰਕੇ ਜਦੋਂ ਸਾਰੇ ਭੋਜਨ ਛਕਣ ਲੱਗੇ ਤੇ ਉਹ ਜਿਸ ਗਰੀਬ ਸਿੱਖ ਨੇ ਸਾਰੀ ਸੰਗਤ ਦੀ ਸੇਵਾ ਦਾ ਪ੍ਰਬੰਧ ਕੀਤਾ ਸੀ ਨਾ, ਸਿੱਖ ਦੀ ਨੌਜਵਾਨ ਪੁੱਤਰੀ ਸੀ, ਸਿੱਖ ਦੀ ਨੌਜਵਾਨ ਧੀ ਸੀ ਜਿਸ ਦੀ ਜਵਾਨ ਅਵਸਥਾ ਹੈ। ਰਾਜੇ ਨੇ ਵੀ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕਿਆ, ਪਰ ਰਾਜੇ ਦੇ ਮਨ ਦੇ ਵਿੱਚ ਇਹ ਪਾਪ ਆ ਗਿਆ। ਉਸ ਗਰੀਬ ਸਿੱਖ ਦੀ ਨੌਜਵਾਨ ਪੁੱਤਰੀ ਨੂੰ ਵੇਖ ਕਰਕੇ ਰਾਜੇ ਦਾ ਮਨ ਬੇਈਮਾਨ ਹੋ ਗਿਆ, ਮਨ ਉਹਦੇ ਵੱਲੇ ਖਿੱਚਿਆ ਗਿਆ ਤੇ ਆਪਣੇ ਸਦਨ ਘਰ ਦੇ ਵਿੱਚ ਜਿਸ ਵੇਲੇ ਰਾਜਾ ਗਿਆ, ਰਾਤ ਪਈ ਹੈ, ਤਾਂ ਉਸ ਵੇਲੇ ਰਾਜੇ ਦੇ ਮਨ ਦੇ ਵਿੱਚ ਐਸਾ ਖਿਆਲ ਹੈ ਤੇ ਰਾਜੇ ਨੇ ਆਪਣੇ ਆਦਮੀ ਭੇਜੇ ਤਾਂ ਬੁਲਾਉਣਾ ਕੀਤਾ ਹੈ ਕਿ ਉਸ ਸਿੱਖ ਦੀ ਪੁੱਤਰੀ ਨੂੰ ਮੇਰੇ ਘਰੇ ਲੈ ਕਰਕੇ ਆਓ। ਉਸ ਗਰੀਬ ਸਿੱਖ ਨੇ ਇਹ ਰਾਜੇ ਦੀ, ਰਾਜਾ ਹੈ ਤਾਂ ਸਿੱਖ ਹੀ ਸੀ, ਪਰ ਰਾਜੇ ਦੀ ਜਿਹੜੀ ਖੁਟਿਆਈ ਹੈ ਉਹ ਗਰੀਬ ਸਿੱਖ ਨੇ ਜਾਣੀ ਵੀ ਚੰਗਾ ਰਾਜੇ ਨੂੰ ਘਰੇ ਸੱਦਾ ਦਿੱਤਾ, ਇਹ ਮੇਰੀ ਨੌਜਵਾਨ ਪੁੱਤਰੀ ਦੇ ਉੱਤੇ ਹੀ ਬੇਈਮਾਨ ਹੋ ਗਿਆ। ਸੋ ਇਸ ਪ੍ਰਕਾਰ ਦੇ ਨਾਲ ਉਹ ਸਿੱਖ ਗਰੀਬ ਨੇ ਰਾਜੇ ਦੀ ਖੁਟਿਆਈ ਜਿਹੜੀ ਉਹ ਜਾਣ ਲਈ ਬਹੁਤਾ ਜ਼ਿਆਦਾ ਦੁਖੀ ਹੋ ਗਿਆ, ਪਰ ਵਸ ਕੋਈ ਨਹੀਂ ਚੱਲਦਾ ਹੈ। ਜਿਸ ਵੇਲੇ, ਕਿਉਂਕਿ ਰਾਜੇ ਨੇ ਆਪਣੇ ਸਿਪਾਹੀ ਭੇਜੇ ਹੋਏ ਸੀ ਕਿ ਮੇਰੇ ਪਾਸ ਉਸ ਸਿੱਖ ਦੀ ਪੁੱਤਰੀ ਨੂੰ ਲੈ ਕੇ ਆਓ, ਨੌਜਵਾਨ ਪੁੱਤਰੀ ਨੂੰ ਲੈ ਕੇ ਆਓ। ਹੁਣ ਜਿਹੜਾ ਪਿਤਾ ਹੈ, ਗਰੀਬ ਸਿੱਖ ਹੈ, ਉਹ ਵੇਖ ਕਰਕੇ ਇਹ ਸਾਰੀ ਖੁਟਿਆਈ ਤੇ ਬਹੁਤਾ ਜ਼ਿਆਦਾ ਦੁਖੀ ਹੋਇਆ। ਆਪਣੇ ਪਿਤਾ ਨੂੰ ਜਦੋਂ ਧੀ ਨੇ ਵੇਖਿਆ ਵੀ ਬੜਾ ਦੁਖੀ ਹੈ ਮੇਰਾ ਪਿਤਾ, ਤੇ ਪੁੱਤਰੀ ਇਸ ਤਰ੍ਹਾਂ ਕਹਿਣ ਲੱਗੀ, ਆਖਿਆ ਪਿਤਾ ਜੀ ਤੁਸੀਂ ਬਿਨਾਂ ਹੀ ਕਾਰਨ ਤੋਂ ਇਸ ਤਰ੍ਹਾਂ ਕਿਉਂ ਇਹ ਦੁੱਖ ਝੱਲਿਆ ਹੋਇਆ ਹੈ? ਤੁਸੀਂ ਵੀ ਮੇਰੇ ਨਾਲ ਰਾਜੇ ਦੇ ਕੋਲੇ ਚੱਲੋ, ਮੈਂ ਚੱਲਦੀ ਹਾਂ ਆਪ ਰਾਜੇ ਦੇ ਪਾਸ। ਗੁਰੂ ਸਾਹਿਬ ਜੀ ਸੁਖ ਕਰਨਗੇ, ਸੁਖ ਵਰਤਾਉਣਗੇ ਪਿਤਾ ਜੀ, ਤੁਸੀਂ ਕੋਈ ਚਿੰਤਾ ਨਾ ਕਰੋ। ਇਸ ਤਰ੍ਹਾਂ ਆਪਣੇ ਪਿਤਾ ਨੂੰ ਲੈ ਕਰਕੇ ਤੇ ਫਿਰ ਰਾਜੇ ਦੇ ਪਾਸ ਗਏ। ਸੋ ਲੈ ਕਰਕੇ ਉਹ ਨੌਜਵਾਨ ਸਿੱਖ ਦੀ ਬੇਟੀ ਆਪਣੇ ਗਰੀਬ ਸਿੱਖ ਪਿਤਾ ਨੂੰ ਲੈ ਕਰਕੇ ਰਾਜੇ ਦੇ ਪਾਸ ਪਹੁੰਚੀ ਹੈ ਰਾਤ ਦੇ ਮੌਕੇ ਤੇ।
ਤੇ ਬੇਨਤੀ ਕੀਤੀ ਵੀ ਹੈ ਰਾਜਨ, ਤੁਸੀਂ ਸਿਪਾਹੀ ਭੇਜੇ ਸੀ ਮੈਨੂੰ ਲਿਆਉਣ ਵਾਸਤੇ, ਤੇ ਅੱਜ ਜਿਹੜਾ ਸਮਾਂ ਠੀਕ ਨਹੀਂ ਹੈ ਆਉਣ ਦਾ, ਤੋ ਇਸ ਕਰਕੇ ਮੈਂ ਬੇਨਤੀ ਕਰਨ ਵਾਸਤੇ ਆਈ ਹਾਂ। ਤੇ ਮੈਂ ਆਪ ਹੀ ਅਗਲੇ ਦਿਨ ਵਿੱਚ ਚੱਲ ਕੇ ਆ ਜਾਵਾਂਗੀ, ਤੇ ਬਿਨਾਂ ਬੁਲਾਈ ਮੈਂ ਚੱਲ ਕਰਕੇ ਆ ਜਾਵਾਂਗੀ, ਪਰ ਠਹਿਰਾਂਗੀ ਨਹੀਂ। ਇਹਦਾ ਭਾਵ ਇਹ ਸੀ ਕਿ ਅੱਜ ਦਾ ਸਮਾਂ ਟਲ ਜਾਵੇ ਤੇ ਅਗਲੇ ਦਿਨ ਤਾਂ ਮੈਂ ਆਉਣਾ ਹੀ ਨਹੀਂ ਹੈ। ਭਾਵ ਅਗਲੇ ਦਿਨ ਤਾਂ ਮੈਂ ਆਪਣਾ ਸਰੀਰ ਹੀ ਤਿਆਗ ਦੇਣਾ ਹੈ, ਵੀ ਮੇਰਾ ਜੀਵਨ, ਮੇਰਾ ਸੱਤ ਤਾਂ ਬਚਿਆ ਰਹੇ, ਸੋ ਮੇਰੀ ਇੱਜ਼ਤ ਬਚੀ ਰਵੇ, ਮੇਰਾ ਸੱਤ ਬਚਿਆ ਰਵੇ। ਇਸ ਕਰਕੇ ਅਗਲੇ ਦਿਨ ਤਾਂ ਮੈਂ ਆਉਣਾ ਹੀ ਨਹੀਂ ਹੈ, ਕਿ ਅਗਲੇ ਦਿਨ ਤਾਂ ਮੈਂ ਤਿਆਗ ਦੇਣਾ ਹੈ ਆਪਣਾ ਸਰੀਰ। ਪਰ ਇਹ ਆਖਿਆ ਸਿੱਖ ਦੀ ਬੱਚੀ ਨੇ ਕਿ ਮੈਂ ਬਿਨਾਂ ਬੁਲਾਏ ਰਾਜਨ ਆ ਜਾਵਾਂਗੀ, ਪਰ ਠਹਿਰਾਂਗੀ ਨਹੀਂ। ਇਹ ਰਾਜਨ ਤੁਸੀਂ ਆਪਣੇ ਆਦਮੀ ਮੇਰੇ ਪਾਸ ਨਾ ਭੇਜਣਾ ਕਰਿਓ, ਤੇ ਜੇ ਮੈਂ ਕੋਈ ਅਧਰਮ ਰਚਾਂਗੀ ਤੇ ਬਹੁਤ ਵੱਡਾ ਦੁੱਖ ਪਾਵਾਂਗੀ। ਰਾਜਾ ਕਾਮ ਦੇ ਵਿੱਚ ਗਲਤਾਨ ਹੈ। ਰਾਜੇ ਨੇ ਸੁਣ ਕਰਕੇ ਆਖਿਆ ਕਿ ਕੋਈ ਛਲ ਬਲ ਨਾ ਕਰੇ, ਕੋਈ ਕਿਸੇ ਪ੍ਰਕਾਰ ਦਾ ਹੈ ਸੁਣ ਰਾਜਾ ਕਹਿ ਛਲ ਨਹਿ ਕਰੀਏ। ਰਾਜੇ ਸੁਣ ਕੇ ਆਖਿਆ ਕਿ ਕੋਈ ਛਲ ਨਾ ਤੂੰ ਕਰੀ, ਕਿਉਂਕਿ ਜਿਸ ਪ੍ਰਕਾਰ ਦੇ ਨਾਲ ਇਸਤਰੀਆਂ ਕੋਈ ਚਰਿੱਤਰ ਕਰਦੀਆਂ, ਕੋਈ ਚਰਿੱਤਰ ਨਾ ਵਿਚਾਰੀ, ਕੋਈ ਚਰਿੱਤਰ ਕਹੋ ਤੇ ਕੋਈ ਛਲ ਨਾ ਮੇਰੇ ਨਾਲ ਖੇਡੀ। ਇਸ ਕਰਕੇ ਸੋ ਜੇ ਤੇਰਾ ਕਿਹਾ ਹੋਇਆ ਝੂਠਾ ਹੋਇਆ, ਤੂੰ ਇਹ ਝੂਠ ਬੋਲਿਆ, ਤਾਂ ਫਿਰ ਮੇਰੀ ਸਜ਼ਾ ਹੋਵੇਗੀ ਤੇ ਤੈਨੂੰ, ਮੇਰੀ ਆਗਿਆ ਹੋਵੇਗੀ ਤੇ ਤੈਨੂੰ ਸਜ਼ਾ ਭੋਗਣੀ ਪਵੇਗੀ। ਕਹਿਣ ਲੱਗੀ ਉਸ ਮੌਕੇ ਦੇ ਉੱਤੇ ਕਿ ਮੈਂ ਨਹੀਂ ਰਵਾਂਗੀ, ਕੱਲ ਮੈਂ ਤੁਹਾਡੇ ਕੋਲੇ ਆ ਜਾਵਾਂਗੀ। ਹਾਂ, ਜੇ ਮੈਂ ਕੱਲ ਨੂੰ ਰਵਾਂਗੀ ਤੇ ਤਾਂ ਫਿਰ ਮੈਂ ਸਜ਼ਾ ਭੋਗਾਂਗੀ। ਉਹਦਾ ਭਾਵ ਇਹ ਸੀ ਕਿ ਕੱਲ ਨੂੰ ਤੇ ਮੈਂ ਰਹਿਣਾ ਹੀ ਨਹੀਂ ਹੈ, ਕਿ ਮੈਂ ਸਰੀਰ ਤਿਆਗ ਜਾਵਾਂਗਾ। ਤੇ ਰਾਜਾ ਸਮਝੀ ਗਿਆ ਕਿ ਕੱਲ ਨੂੰ ਮੇਰੇ ਪਾਸ ਆਵੇਗੀ, ਇਹ ਘਰੇ ਨਹੀਂ ਰਵੇਗੀ। ਉਹ ਕਹਿਣ ਲੱਗੀ ਜੇ ਮੈਂ ਕੱਲ ਰਵਾਂਗੀ ਤੇ ਤਾਂ ਫਿਰ ਮੈਂ ਸਜ਼ਾ ਵੱਡੀ ਭੋਗਾਂਗੀ। ਇਸ ਤਰ੍ਹਾਂ ਆਪਣਾ ਜੁਗਤੀ ਦੇ ਨਾਲ, ਤਰੀਕੇ ਦੇ ਨਾਲ ਆਪਣਾ ਸੱਤ ਬਚਾ ਕਰਕੇ, ਆਪਣੀ ਇੱਜ਼ਤ ਆਬਰੂ ਬਚਾ ਕਰਕੇ ਰਾਜੇ ਨੂੰ ਇਸ ਤਰ੍ਹਾਂ ਕਹਿ ਕਰਕੇ ਵਾਪਸ ਪਿਤਾ ਨਾਲ ਆ ਗਈ। ਤਾਂ ਰਾਤ ਦੇ ਮੌਕੇ ਤੇ ਆਪਣੇ ਘਰੇ ਆ ਕੇ ਗਰੀਬ ਸਿੱਖ ਦੀ ਪੁੱਤਰੀ ਨੇ ਜ਼ਹਿਰ ਲੈ ਕੇ ਖਾ ਲਈ। ਉਹ ਰਾਜੇ ਦੇ ਦੁੱਖ ਦੇ ਵਿੱਚ ਵੀ ਇਹ ਰਾਜੇ ਨੇ ਮੇਰੀ ਇੱਜ਼ਤ ਖਰਾਬ ਕਰਨੀ ਹੈ, ਮੇਰਾ ਸੱਤ ਭੰਗ ਕਰਨਾ। ਵੇਖੋ ਗਰੀਬ ਸਿੱਖ ਨੇ ਤਾਂ ਰਾਜੇ ਨੂੰ ਬੁਲਾਇਆ ਸੀ ਸੇਵਾ ਕਰਨ ਵਾਸਤੇ, ਤੇ ਰਾਜੇ ਨੇ ਉਹ ਸਿੱਖ ਦੇ ਘਰੇ ਪ੍ਰਸ਼ਾਦਾ ਛਕਦਿਆਂ ਛਕਦਿਆਂ ਉਹਦੀ ਧੀ ਤੇ ਹੀ ਨਿਗਾਹ ਰੱਖ ਲਈ। ਹੈ ਵੀ ਸਿੱਖ ਸੀ, ਹੈ ਉਹ ਵੀ ਸਿੱਖ ਸੀ, ਹੈ ਰਾਜਾ ਵੀ ਸਿੱਖ ਸੀ, ਹੈ ਲੰਗਰ ਕਰਨ ਵਾਲਾ ਵੀ ਸਿੱਖ ਸੀ। ਤੇ ਉਹਨੇ ਆਪਣਾ ਸੱਤ ਬਚਾ ਕਰਕੇ ਤੇ ਰਾਤ ਨੂੰ ਜ਼ਹਿਰ ਖਾ ਲਈ ਆਪਣੇ ਘਰੇ ਆ ਕੇ ਗਰੀਬ ਸਿੱਖ ਦੀ ਪੁੱਤਰੀ ਨੇ। ਤੇ ਮਰਦਿਆਂ ਮਰਦਿਆਂ ਜ਼ਹਿਰ ਖਾ ਕੇ ਜਦੋਂ ਮਰਨ ਲੱਗੀ ਨਾ, ਤੇ ਮਰਦੀ ਨੇ ਇਹ ਬੋਲ ਆਖੇ, ਇਸ ਤਰ੍ਹਾਂ ਸਰਾਪ ਦੇ ਦਿੱਤਾ ਰਾਜੇ ਨੂੰ ਵੀ ਹੇ ਪਾਪੀਆ, ਹੇ ਪਾਪੀ ਰਾਜਿਆ, ਤੂੰ ਸੰਤਾਪ ਭੋਗੇ, ਤੂੰ ਪਾਪ ਕਰਦਾ ਹੈ, ਤੂੰ ਰਾਜ ਕਰਨ ਦੇ ਯੋਗ ਨਹੀਂ ਹੈ, ਤੂੰ ਪਾਪ ਕਰਦਾ ਹੈ। ਤੈਨੂੰ ਇਹ ਮਰਦੀ ਨੇ, ਉਹ ਸਿੱਖ ਦੀ ਬੱਚੀ ਨੇ ਸਰਾਪ ਦਿੱਤਾ। ਤੂੰ ਤਾਂ ਘੋਗੜ ਬਣਨਾ ਚਾਹੀਦਾ, ਰਾਜਾ ਨਹੀਂ ਹੋਣਾ ਚਾਹੀਦਾ। ਤੇਰਾ ਸਰੀਰ ਘੋਗੜ ਦਾ ਹੋਵੇ ਤੇ ਜੰਗਲ ਦੇ ਵਿੱਚ ਰਵੇਂ, ਤੂੰ ਇਕੱਲਾ ਹੀ ਹੋਵੇਂ, ਤੇਰੇ ਨਾਲ ਵੀ ਕੋਈ ਹੋਰ ਨਾ ਹੋਵੇ। ਤੂੰ ਘੋਗੜ ਬਣੇ ਤੇ ਜੰਗਲ ਦੇ ਵਿੱਚ ਇਕੱਲਾ ਹੋਵੇਂ ਤੇ ਦੁੱਖ ਪਾਵੇਂ, ਤੈਨੂੰ ਘੋਗੜ ਪੰਛੀ ਦਾ ਸਰੀਰ ਮਿਲੇ। ਜਿਸ ਤਰ੍ਹਾਂ ਦਾ ਤੂੰ ਪਾਪ ਕਰਦਾ ਹੈ, ਇਸੇ ਤਰੀਕੇ ਦੇ ਨਾਲ ਤੈਨੂੰ ਫਲ ਪ੍ਰਾਪਤ ਹੋਵੇ। ਇਸ ਤਰ੍ਹਾਂ ਇਹ ਸਰਾਪ ਦੇ ਬੋਲ ਸਿੱਖ ਦੀ ਬੱਚੀ ਨੇ ਕਹਿ ਕੇ
किन्नी दुखी होई है, क्योंकि मरन का जी करता किसे। जब जहर खा के जान निकलती है बंदे की, उन्हें आत्म हत्या की आ, पर दुखी होकर की, अपनी इज्जत बचाने वास्ते की है कि इदों तो मर जाना चंगा है। ये भी एक तरह की मौत है ना, जे जीवे पत लथी जाए, जे जिउंदिया मेरी पत ही नहीं रही तो मेरा जीवन काहदा, जे मेरा साथी नहीं भंग हो गया तो सारे लोग ये गल्लां करनगे कि ऐस सिख की बच्ची नूं राजा लै गया अपने घर, मेरे पिता की भी बदनामी, मेरी भी बदनामी। इस दुख के करके जहर खा के मरी तो मरदी हुई कहती घोगड़ बन तू पापिया, तू घोगड़ बन के कला जिस तरह का तू पाप करना है, तेनू ये पाप का फल भोगना पवे। वो भी मरी ते इधरले पासे उस पाप का फल राजे नूं मिलिया। कुछ दिन बाद ही वो जिहड़ा राजा सी वो भी मर गया। धन गुरु गोबिंद सिंह महाराज कहते उस सिख बच्ची दे श्राप करके ये राजे ने 100 जन्म फिर घोगड़ दा प्राप्त किया। ऐस जन्म तो पहला महाराज कहते कि 100 वारी ये घोगड़ बनया वा, 100 वारी घोगड़ बन बन के मरदा रहा, फिर घोगड़ बनया, फिर मरिया, फिर घोगड़ बनया। 100 जन्म घोगड़ दा इन्हें प्राप्त किया। इस तरह फिर घोगड़ ही बनता रहा 100 जन्म दे विच। महाराज कहते भी है सी सिख साडा, कलगीधर पातशाह कहते है सिख सी। वेखो है तो सिख ही आ, सारे सिख ही, पर सिख की अवस्था वक्री वक्री है, सिख की भावना वक्री वक्री है। सिख जिहड़े आ उहदी भावना वक्री वक्री। महाराज कहते है वो भी साडा सिख सी, पर इस तरह बेईमान हो गया, इस तरह प्रैत कर बैठा, पाप कर बैठा, माड़ा सोचिया। तो वो जिहड़ी सिख बच्ची सी ओहदा श्राप जिहड़ा होया ते ओहदे करके इहनूं फिर 100 जन्म घोगड़ दा प्राप्त कीता इहने। ते हुण सिख जान के इहदा उद्धार कीता। इहनूं जो मारिया है ना भाई जोरा सिंघा, इहनूं सिख जान के हुण 100 जन्म तो बाद इहने आपदी कीती दा फल भोग लिया ना। 100 जन्म ਉਹਦਾ श्राप भी पूरा हो गया। तो हुण इहनूं सिख जान के दी तां कल्याण कीती है। ਜਦੋਂ ਇਹ ਸਾਰਾ ਘੋਗੜ ਪੰਛੀ ਦਾ ਪ੍ਰਸੰਗ ਮਹਾਰਾਜ ਨੇ ਉਚਾਰਨ ਕੀਤਾ, ਸੁਣਾਇਆ ਕਲਗੀਧਰ ਪਾਤਸ਼ਾਹ ਜੀ ਨੇ, ਤੇ ਭਾਈ ਜੋਰਾ ਸਿੰਘ ਤੋਂ ਆਦਿਕ ਜਿੰਨੇ ਵੀ ਸਿੱਖ ਸੀ ਪਾਸ ਸਾਰੇ ਹੈਰਾਨ ਹੋਏ ਤੇ ਧੰਨ ਧੰਨ ਕਹਿਣ ਲੱਗੇ। महाराज तुसी धन हो, धन हो, धन गुरु गोबिंद सिंह सच्चे पातशाह। क्योंकि सतगुरु सब पिछला भी जानते थे, अगला भी जानते। इस करके जिहो जिहा कोई कर्म करता है उसका फल तो उन्होंने भोगना पैंदा है। साध संगत, ये शरीर जिहड़ा है ना साडा मनुष्या शरीर एक खेत है, खेत एक जमीन है। जिवें आ बाहरली जमीन दे विच आपां जिहड़ा बीज बीजीए उही वड्डी दा वा, जिहड़ी फसल बीजीए। जे किसी ने कणक बीजी है तो उन्हें कणक वढ लैनी है, जे किसी ने सरों बीजी उन्हें सरों वढ लैनी है, जे किसी ने तोरिया बीजिया उन्हें तोरिया वढ लैना, जे किसी ने पट्ठे बीजे छटाला बीजिया उन्हें छटाला वढ लैना। धन गुरु ग्रंथ साहिब महाराज ने आख्या कि मनुखा शरीर भी एक तरह की जमीन आ। ਇਹਦੇ 'ਚ ਜਿਹੋ ਜਿਹੇ ਇਨਸਾਨ ਕਰਮ ਕਰਦਾ ਬੀਜ ਪਾਉਂਦਾ ਤੇ ਉਹ ਬੀਜ ਇਹਨੇ ਵੱਢਣੇ ਆਪ ਹੀ ਆ, ਉਹ ਫਲ ਇਹਨੂੰ ਆਪ ਨੂੰ ਵੱਢਣਾ ਪੈਣਾ। ਖੇਤ ਸਰੀਰ ਜੋ ਬੀਜੀਆ ਸੋ ਅੰਤ ਖਲੋਆ ਆਏ। ਐਸੇ ਇਲਾਕੇ ਦੇ ਵਿੱਚ ਆ ਠੱਠਾ ਟਿੱਬਾ ਪਿੰਡ ਆ ਆਪਣੇ ਲਾਗੇ ਸੁਲਤਾਨਪੁਰ ਸਾਹਿਬ ਦੇ, ਤੇ ਖਾਲਸਾ ਰਾਜ ਦੇ ਮੌਕੇ ਦੇ ਉੱਤੇ श्रीमान संत बाबा वीर सिंह साहब जी औरंगाबाद वाले जो सारे इलाके च विचर के प्रचार करते सी सिक्खी का वड्डा भारी जथा हुंदा सी महापुरखों का, ते इत्थे आके पड़ा कीता ठट्ठे टिब्बे जिथे महापुरखों का स्थान है, जिथे उन्हां दा पवित्र जन्म दिहाड़ा भी 3 सौण नूं मनाया जाता है, ते विसाख महीने विच 27 विसाख नूं शहीदी दिहाड़ा भी मनाया जाता है। ते महापुरखों के माझे मालवे दुआबे सारे ही अनेकां स्थान वा संत बाबा वीर सिंह साहब जी जदों इत्थे आए ना, कई दिन इत्थे सिक्खी का प्रचार प्रसार किया।
और महापुरखों के पवित्र जीवन विचों ये वचन पढ़िया कि एक दिन इस इलाके की संगत ने इकट्ठी होकर ठट्ठे टिब्बे नगर दे विच जदों महापुरखों ने इत्थे प्रचार किया सी, गुरु ग्रंथ साहिब महाराज का प्रकाश करके अमृत वेले का सारा नितनेम हुंदा सी, आसा की वार का संपूर्ण कीर्तन फिर कथा हुंदी सी। बाबा जी आप भी संत बाबा वीर सिंह जी संगत विच बचन करया करते सी महाराज की बाणी। 10-10 12-12 पिंडां की संगत एक थां ते जिथे उन्हां दा पड़ा लगदा सी इकट्ठी हुंदी सी। फिर अरदासा भी बाबा जी आप सोधिया करते थे। बहुत उच्चा सुच्चा महापुरखों का जीवन ते गुरु हरगोबिंद साहिब महाराज के बचनों के नाल उन्हां दा जन्म होया सी। बाबा वीर सिंह साहिब जी का वो लम्मा इतिहास है। गगोबूए एक बारी छेवें पातशाह गए सी ते उत्थे एक माई ने छेवें पातशाह नूं प्रशादा छकाया सी अपने हथी ते सतगुरु हरगोबिंद साहिब महाराज ने खुश होकर आख्या सी माई कुछ मंग दईए तेन गुरु नानक साहिब के घरों। ते माई ने आख्या महाराज मैं कुछ भी नहीं मंगना, बिना मंगया मैनू बहुत कुछ मिल गया, मैं अपने हथी आप जी नूं प्रशादा छकाउण दी सेवा मैनू प्राप्त हो गई, आप जी के दर्शन हो गए ते होर मैं की मंगा। मैं कभी सोचा नहीं सी कि मैं भी गुरु हरगोबिंद साहिब नूं प्रशादा छकावांगी। महाराज मेरा जीवन सफला हो गया, मैं धन हो गई। सतगुरु कहते ठीक है तेरी भावना ऐसी है, पर असीं भी चाहुंदे हां तैनूं माई कुछ दईए, कुछ ना कुछ ते मंग। फिर माई ने आख्या कहती मैं सुनिया वा सतगुरु जी कि जिस खानदान दे विच कोई भगत कोई संत कोई महापुरख पैदा हो जाए तो 21 कुलां दा उधार हो जाता, ते मेरे खानदान च कोई अपना सिख कोई महापुरख ही पैदा कर दिओ। फिर छेवें महाराज ने आख्या माई समा पा के महान साडा गुरसिख ब्रह्म ज्ञानी तेरी कुल विच पैदा होवेगा, तेरी एक कुल दा की हजारां कुलां दा भला करेगा। ये वचन छेवें पातशाह ने कीता सी। फिर उस माई दे खानदान दे विच अगे जा करके संत बाबा वीर सिंह साहिब जी का जन्म गगोबूए नगर विच होया सी, जिन्हां ने बाद विच पड़ाव नरंगाबाद रखिया सी, इस करके महापुरखों नूं नरंगाबाद वाले महापुरख कहा जाण लगा। जदों इत्थे आए वड्डा भारी 2200 घोड़ सवार रहा करते सी बाबा वीर सिंह साहिब जी के नाल। एडा वड्डा जथा महापुरखों, हाथी दे उत्ते महाराज का सवारा लैके जाना, प्रकाश सवेर की कथा होनी, शाम की कथा होनी, कीर्तन के प्रवाह चलने, नितनेम का वड्डा भारी प्रवाह होना। संगत ने बेनती की कि महापुरखो साडे इलाके दे विच जमीनां विच कलर बड़ा पिया ते तुसीं गुरु ग्रंथ साहिब महाराज के चरनां च अरदास बेनती करो साडियां जमीनां वधिया बन जाण, कलर चुकिया जावे। ते महापुरखों ने वचन किया, कहन लगे संगत जी जिथे बाहरी जमीनां विच कलर पिया ना, अपना जिहड़ा शरीर वा इह भी एक जमीन वा ते कलर ते इहदे च भी पिया वा। कहंदे तुसीं खंडे दा अमृत नहीं छकिया, तुसीं गुरु की सिੱਖੀ नहीं धारण कीती, तुसीं गुरबाणी दे लड़ नहीं लगे हो, इस करके आ शरीर रूपी जमीन विच भी कलर पिया होया। तुसीं गुरु की सिੱਖੀ प्राप्त करो, जमीन का कलर गुरु साहब पहले आ शरीर का कलर चुकना ते फिर दास गुरु महाराज के चरनां च अरदास भी करेगा। फिर कहते बाबा जी का वचन मन के वड्डी गिनती विच संगत ने खंडे बाटे का अमृत छकिया ठट्ठे टिब्बे नगर दे विच। ते फिर अमृत छकिया जदों ते बाद विच गुरु ग्रंथ साहिब महाराज के सन्मुख महापुरखों ने खलो के ते अरदास बेनती की। संत बाबा वीर सिंह साहिब जी नरंगाबाद वाले महापुरखों आखिया कि धन गुरु नानक देव साहिब जी महाराज, श्री गुरु गोबिंद सिंह साहिब, श्री गुरु ग्रंथ साहिब जी संपूर्ण अरदास करके कि इन्हां संगतां ने आप जी का वचन मन्निया, इन्हां ने सिੱਖੀ प्राप्त की आ ते ये संगतां बेनती करदियां कि साडी जमीन विच कलर पिया ते कलर दूर हो जाए ते तुसीं कृपा करो इन्हां दीयां जमीनां महाराज वधिया बना दिओ, कलर दूर कर दिओ। कहंदे जदों अरदास कीती उदों थोड़ा समय बाद विच फिर जोर दा मींह पिया, ऐसा जोर दा मींह पिया कि वह सारा कलर हुज के लै गया ते अज सारा इलाका वेखो कैसियां फसलां हुंदियां। तो जिथे कहण तो भाव है भी जिथे बाहरी जमीन है साध संगत जी, उत्थे सानू ये शरीर भी महाराज साहब ने एक जमीन दित्ती है, इहदे विच आपां जो बीजना वो सानू वड्ढना पैना।
ਜਿਹੜਾ ਬੀਜ ਬੀਜਾਂਗੇ, ਭਾਵੇਂ ਉਹ ਚੰਗਾ ਬੀਜਾਂਗੇ ਭਾਵੇਂ ਮਾੜਾ ਬੀਜਾਂਗੇ, ਉਹ ਚੰਗਿਆਈਆਂ ਬਰਿਆਈਆਂ ਦਾ ਬੀਜ ਜਿਹੜਾ ਉਹਨੇ ਸਾਨੂੰ ਫਲ ਦੇਣਾ। ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਵੋ। ਦੱਦੈ ਦੋਸ ਨਾ ਦੇਵੋ ਕਿਸੈ, ਦੋਸ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਤੋ ਇਸ ਤਰੀਕੇ ਦੇ ਨਾਲ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਉਸ ਘੋਗੜ ਦੀ, ਜਿਨੇ 100 ਜਨਮ ਭੋਗੇ ਸੀ, ਫਿਰ ਕਲਿਆਣ ਕੀਤੇ ਤੇ ਗੁਰੂ ਕੇ ਸਿੱਖਾਂ ਨੇ ਕਲਗੀਧਰ ਪਾਤਸ਼ਾਹ ਜੀ ਨੂੰ ਧੰਨ ਧੰਨ ਆਖਿਆ। ਫਿਰ ਰਾਤ ਦਾ ਸਮਾਂ ਹੋਇਆ ਤੇ ਪ੍ਰਸ਼ਾਦਾ ਪਾਣੀ ਛਕਿਆ ਸਾਰਿਆਂ ਨੇ। ਫਿਰ ਰਾਤ ਦੇ ਸਮੇਂ ਸਾਰੇ ਗੁਰਸਿੱਖਾਂ ਨੇ ਆਰਾਮ ਕੀਤਾ, ਸੌਣਾ ਕੀਤਾ। ਸਤਿਗੁਰੂ ਜੀ ਵੀ ਬਿਰਾਜਮਾਨ ਹੋਏ ਤੇ ਫਿਰ ਦਿਨ ਚੜ੍ਹਿਆ, ਅਗਲਾ ਹੋਇਆ। ਅਗਲੇ ਦਿਨ ਅੰਮ੍ਰਿਤ ਵੇਲੇ ਦਾ ਨਿਤਨੇਮ ਕੀਤਾ। ਜਦੋਂ ਸੂਰਜ ਚੜ੍ਹ ਗਿਆ ਫਿਰ ਘੋੜਿਆਂ ਤੇ ਕਾਠੀਆਂ ਕੱਸ ਲਈਆਂ। ਪ੍ਰਭੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਘੋੜੇ ਤੇ ਸਵਾਰ ਹੋ ਕਰਕੇ ਰਸਤੇ ਤੇ ਚੱਲੇ। ਇਹ ਸਮੂਹ 1400 ਬੈਰਾੜਾਂ ਦੀ ਫੌਜ ਨਾਲ ਹੈ ਮਹਾਰਾਜ ਦੇ, ਜੋ ਗੁਰੂ ਸਾਹਿਬ ਜੀ ਨੇ ਚਾਕਰ ਰੱਖੇ ਹੋਏ ਸੀ, ਨੌਕਰ ਰੱਖੇ ਹੋਏ ਸੀ। ਇਹਨਾਂ ਨੂੰ ਆਖਿਆ ਸੀ ਵੀ ਸਮੇਂ ਦੇ ਨਾਲ ਭਾਈ ਤੁਹਾਨੂੰ ਤਨਖਾਹਾਂ ਦੇ ਦੇਵਾਂ। ਉਂਝ ਇਹਨਾਂ ਨੇ ਕਈ ਵਾਰੀ ਮੰਗੀਆਂ ਵੀ ਸੀ ਤਨਖਾਹਾਂ ਮਹਾਰਾਜ, ਸਮੇਂ ਸਮੇਂ ਦੇ ਮਹਾਰਾਜ ਤਨਖਾਹਾਂ ਦਿਓ। ਸਤਿਗੁਰੂ ਕਹਿੰਦੇ ਕੋਈ ਨਹੀਂ, ਦੇ ਦਿਆਂਗੇ, ਹੌਸਲਾ ਰੱਖੋ, ਹਾਲੇ ਮਾਇਆ ਹੈ ਨਹੀਂ ਤਨਖਾਹਾਂ ਜੋਗੇ। ਜਦੋਂ ਮਾਇਆ ਬਹੁਤੀ ਹੋਵੇਗੀ ਫਿਰ ਤੁਹਾਨੂੰ ਸਾਰਿਆਂ ਨੂੰ ਇਕੱਠੀ ਦੇ ਦਾਂਗੇ ਤਨਖਾਹਾਂ। ਕਈ ਵਾਰੀ ਮੰਗੀਆਂ ਸੀ ਤਨਖਾਹਾਂ। ਉਹ ਨੌਕਰ ਰੱਖੇ ਹੋਏ ਸੀ ਮਹਾਰਾਜ ਨੇ, ਚਾਕਰ ਰੱਖੇ ਸਨ। ਤੇ ਗੁਰੂ ਸਾਹਿਬ ਜੀ ਦੀ ਖਬਰ ਸੁਣ ਸੁਣ ਕੇ ਕਈ ਹੋਰ ਵੀ ਸਿੰਘ ਜਿਹੜੇ ਜੂਝਣ ਵਾਲੇ ਹਨ, ਉਹ ਵੀ ਆ ਕਰਕੇ ਗੁਰੂ ਸਾਹਿਬ ਜੀ ਨੂੰ ਮਿਲਦੇ ਤੇ ਸਤਿਗੁਰੂ ਜੀ ਦੇ ਦਰਸ਼ਨ ਕਰਦੇ। ਇਸ ਤਰ੍ਹਾਂ 1400 ਤੇ ਬੈਰਾੜ ਸਿੱਖਾਂ ਦੀ ਫੌਜ ਸੀ ਮਹਾਰਾਜ ਦੇ ਨਾਲ। ਕੁਝ ਪ੍ਰੇਮੀ ਸਿੱਖ ਸਨ ਮਹਾਰਾਜ ਸਾਹਿਬ ਜੀ ਦੇ ਨਾਲ, ਕੁਝ ਨਿਸ਼ਕਾਮੀ ਜਿਹੜੇ ਤਨਖਾਹਾਂ ਤੋਂ ਬਿਨਾਂ ਸਿਰਫ ਸੇਵਾ ਹੀ ਕਰਨ ਵਾਸਤੇ ਮਹਾਰਾਜ ਦੇ ਜਥੇ ਵਿੱਚ ਸ਼ਾਮਲ ਹੋਏ ਸਨ। ਤੇ ਦਿਨ ਪ੍ਰਤੀ ਦਿਨ ਬਹੁਤੇ ਸਿੰਘ ਆ ਕੇ ਮਿਲ ਰਹੇ ਮਹਾਰਾਜ ਦੇ ਜਥੇ ਵਿੱਚ, ਵੱਡੀ ਭੀੜ ਹੋ ਰਹੀ ਹੈ। ਤੇ ਨਿਤਾ ਪ੍ਰਤੀ ਸਤਿਗੁਰੂ ਜੀ ਅਸਵਾਰ ਹੋ ਕੇ ਮਾਲਕ ਜੀ ਵਿਚਰਦੇ ਹਨ। ਇਸ ਤਰ੍ਹਾਂ ਕੁਝ ਕੋਹਾਂ ਦਾ ਪੈਂਡਾ ਅਲੰਘ ਕਰਕੇ ਗਏ। ਇੱਕ ਥੇੜੀ ਨਾਮ ਦਾ ਪਿੰਡ ਆਇਆ ਤੇ ਉੱਥੇ ਜਾ ਕਰਕੇ ਮਹਾਰਾਜ ਨੇ ਪੜਾਓ ਕੀਤਾ ਹੈ। ਸਾਰੀ ਫੌਜ ਦੇ ਘੋੜੇ ਉੱਥੇ ਬੰਨੇ ਗਏ। ਤੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਫੌਜ ਦੇ ਘੋੜੇ ਉੱਥੇ ਬੰਦੇ ਹਨ। ਫਿਰ ਗੁਰੂ ਕੇ ਸਿੰਘਾਂ ਨੇ ਘੋੜਿਆਂ ਦੇ ਵਾਸਤੇ ਘਾਹ ਵੱਢ ਕੇ ਲਿਆਂਦਾ, ਲੰਗਰ ਪਾਣੀ ਦੇ ਵਾਸਤੇ ਲੱਕੜਾਂ ਇਕੱਠੀਆਂ ਕਰਕੇ ਲਿਆਂਦੀਆਂ। ਇੱਥੇ ਇੱਕ ਨਾਥ ਰਹਿੰਦਾ ਸੀ, ਜੋਗੀ ਰਹਿੰਦਾ ਸੀ, ਜਿਹੜਾ ਅਜਮਤ ਵਾਲਾ ਸੀ। ਇਹਦੇ ਕੋਲੇ ਰਿੱਧੀਆਂ ਸਿੱਧੀਆਂ ਕਰਾਮਾਤਾਂ ਸਨ। ਇਹਨੇ ਆਪਣਾ ਆਸ਼ਰਮ ਬਣਾਇਆ ਹੋਇਆ ਸੀ ਇੱਥੇ, ਤੇ ਆਸ਼ਰਮ ਬਣਾ ਕਰਕੇ ਉੱਥੇ ਵਸ ਰਿਹਾ ਸੀ ਇਹ ਨਾਥ। ਅੱਗੇ ਇੱਕ ਦਿਨ ਇਹਨੇ ਗੁਰੂ ਸਾਹਿਬ ਜੀ ਦੇ ਨਾਲ ਮਿਲ ਕਰਕੇ ਇਹ ਨਾ ਆਪਣੇ ਮਨ ਦੇ ਵਿੱਚ ਮਾਣ ਜਿਹਾ ਧਾਰਨ ਕਰਕੇ ਬੋਲਿਆ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਨਾਲ, ਵੀ ਤੁਸੀਂ ਜੱਗ ਦੇ ਵਿੱਚ ਗੁਰੂ ਕਹਾਉਂਦੇ ਫਿਰਦੇ ਹੋ। ਕਹਿਣ ਲੱਗਾ ਵੀ ਗੁਰੂ ਤੇ ਕਹਾਉਂਦੇ ਹੋ, ਕੋਈ ਕਰਾਮਾਤ ਵੀ ਹੈਗੀ ਤੁਹਾਡੇ ਕੋਲੇ ਕਿ ਨਹੀਂ ਹੈਗੀ? ਇਹ ਜੋਗੀ ਨੇ ਆਖਿਆ, ਜੋਗੀ ਨੇ, ਸੰਸਾਰ ਦੇ ਵਿੱਚ ਤੁਸੀਂ ਗੁਰੂ ਕਹਾਉਂਦੇ ਫਿਰਦੇ ਹੋ, ਤੁਹਾਨੂੰ ਸਿੱਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ, ਕੋਈ 10ਵੇਂ ਪਾਤਸ਼ਾਹ ਕਹਿੰਦਾ, ਕੋਈ ਕਲਗੀਧਰ ਪਾਤਸ਼ਾਹ ਕਹਿੰਦਾ, ਕੋਈ ਬਾਜਾਂ ਵਾਲਾ ਕਹਿੰਦਾ, ਕੋਈ ਅੰਮ੍ਰਿਤ ਦੇ ਦਾਤੇ ਕਹਿੰਦਾ, ਗੁਰੂ ਕਹਾਉਂਦੇ ਹੋ ਸੰਸਾਰ ਵਿੱਚ।
ਕੋਈ ਕਰਾਮਾਤ ਹੈ ਤੁਹਾਡੇ ਕੋਲ ਕਿ ਨਹੀਂ ਹੈ? ਜੇ ਅਸਮਤ ਦਰਸ਼ਨ ਦੇਵੋ ਦਿਖਾਏ, ਤੇ ਜੇ ਕੋਈ ਅਜਮਤ ਹੈ ਤੁਹਾਡੇ ਪਾਸ ਤੇ ਮੈਨੂੰ ਵੀ ਵਿਖਾ ਦਿਓ। ਦੇਖੇ ਬਿਨਾ ਨਾ ਮਨ ਆਏ, ਮੇਰਾ ਮਨ ਭਰੋਸੇ ਸਹਿਤ ਨਹੀਂ ਉਹਨਾਂ ਚਿਰ ਹੋਵੇਗਾ ਜਿੰਨਾ ਚਿਰ ਤੁਹਾਡੀ ਕਰਾਮਾਤ ਨਾ ਵੇਖਾਂ। ਮੇਰੇ ਮਨ ਨਹੀਂ ਪਤੀਜੇਗਾ, ਮੇਰਾ ਮਨ ਨੂੰ ਪਤੀਆਵਾ ਨਹੀਂ ਆਵੇਗਾ ਦੇਖੇ ਤੋਂ ਬਿਨਾ। ਗੁਰ ਗਇਓ ਉਸ ਤਾਈ, ਮਹਾਰਾਜ ਸਾਹਿਬ ਜੀ ਨੇ ਇਸ ਨੂੰ ਇਹ ਬਚਨ ਆਖਿਆ ਸੀ ਨਾਥ ਨੂੰ। ਤੇਰਾ ਕਰਾਇ ਕਹੈ ਤੁਧ ਤਾਈ, ਇਹਨੇ ਪਹਿਲਾਂ ਬਚਨ ਕੀਤਾ ਸੀ ਮਹਾਰਾਜ ਦੇ ਨਾਲ। ਉਦੋਂ ਗੁਰੂ ਸਾਹਿਬ ਜੀ ਨੇ ਆਖਿਆ ਵੀ ਜਦੋਂ ਤੇਰੇ ਪਾਸ ਆ ਕੇ ਡੇਰਾ ਕਰਾਂਗੇ ਤਬੈ ਕਾਮਨ ਕੀ ਹੋਏ ਰਹੀ, ਹਾਂ ਤੂੰ ਉੱਥੇ ਦ੍ਰਿੜ ਹੋ ਕਰਕੇ ਰਹਿਣਾ ਕਰ, ਆਪਣਾ ਨਿਵਾਸ ਰੱਖ। ਜਦੋਂ ਤੇਰੇ ਕੋਲੇ ਆ ਕੇ ਪੜਾ ਕਰਾਂਗੇ ਕਰਾਮਾਤ ਉਦੋਂ ਵਿਖਾਵਾਂਗੇ ਤੈਨੂੰ। ਅਬ ਦੇਖਣ ਕੋ ਨਹੀਂ ਕੁਛ ਚਾਹੀਏ, ਤੇ ਹੁਣ ਕਰਾਮਾਤ ਵੇਖਣ ਵਾਸਤੇ ਨਾ ਕੁਝ ਕਹਿ। ਇਹ ਬਚਨ ਗੁਰੂ ਜੀ ਦਾ ਇਸ ਜੋਗੀ ਨਾਲ ਪਹਿਲਾਂ ਹੋਇਆ ਸੀ ਸਾਧ ਸੰਗਤ ਜੀ। ਦੇਖ ਨਾਥ ਕੋ ਕਾਤਾਨੀ, ਹੁਣ ਜਦੋਂ ਇਹ ਨਾਥ ਨੂੰ ਮਹਾਰਾਜ ਸਾਹਿਬ ਜੀ ਨੇ ਵੇਖਿਆ ਹੈ ਤੇ ਉਹ ਪਹਿਲੀ ਗੱਲ ਚੇਤੇ ਕੀਤੀ ਇਹ ਤੂੰ ਕਰਾਮਾਤ ਜਨ ਭਾਈ, ਵੀ ਇਹ ਨਾਥ ਇਹ ਜੋਗੀ ਤੇ ਸਾਡੀ ਕਰਾਮਾਤ ਵੇਖਣਾ ਚਾਹੁੰਦਾ ਸੀ। ਬੈਠੇ ਹੋ ਤੂੰ ਆਪਣੇ ਥਾਨਾ, ਇਹ ਆਪਣੇ ਥਾਂ ਬੈਠਾ ਹੋਇਆ ਸੀ ਜੋਗੀ। ਸੰਕਸ ਤੇ ਬੇਕਾਰ ਵਰਦਾਨਾ, ਤੇ ਸਤਿਗੁਰੂ ਗਰੀਬ ਨਵਾਜ ਨੇ ਫਿਰ ਆਪਣੇ ਪੱਥੇ ਵਿੱਚੋਂ ਇੱਕ ਤੀਰ ਕੱਢਿਆ। ਸਿੱਧ ਸਿੱਖੋ ਸਵਾਏ ਸੀ ਸੰਗ ਲਾਇਓ, ਮਹਾਰਾਜ ਸਾਹਿਬ ਨੇ ਧਰਤੀ ਨੂੰ ਸੁਹਾ ਕਰਕੇ ਸੀਸ ਦੇ ਨਾਲ ਲਾਇਆ ਔਰ ਰਾਤ ਸੋ ਬਾਗ ਮਨਾਇਓ, ਤੇ ਫਿਰ ਇਸ ਨਾਥ ਦੇ ਨਾਲ ਬਚਨ ਕੀਤਾ। ਹੁਕਮ ਨਾਥ ਕਹੋ ਆਪਣੀ ਗਾਥਾ, ਗਰੀਬ ਨਵਾਜ ਸਾਹਿਬ ਕਹਿਣ ਲੱਗੇ ਕਿ हे ਹੁਕਮਨਾਥ, ਇਹਦਾ ਨਾਮ ਹੈ ਜੋਗੀ ਦਾ। ਕਹਿੰਦੇ ਹੁਕਮਨਾਥ ਆਪਣੀ ਗਾਥਾ ਕਹੋ। ਗਾਥਾ ਹੈ ਆਨੰਦ ਕੇ ਸਾਥਾ, ਤੂੰ ਰਾਜੀ ਹੈ ਆਨੰਦ ਦੇ ਸਾਥ ਹੈ। ਸੁਣਤ ਨਾਥ ਬੋਲਿਓ ਤੇ ਸਮੋ, ਸੁਣ ਕਰਕੇ ਨਾਥ ਬੋਲਿਆ ਉਸ ਮੌਕੇ। ਗੁਰ ਗੋਬਿੰਦ ਸਿੰਘ ਦੇਹੁ ਪਾਵਨ ਹੋ, ਕਹਿਣ ਲੱਗਾ ਗੁਰੂ ਗੋਬਿੰਦ ਸਿੰਘ ਜੀ ਮੇਰੀ ਨਮਸਕਾਰ ਲਓ, ਮੈਂ ਆਪ ਜੀ ਨੂੰ ਨਮਸਕਾਰ ਕਰਦਾ ਹਾਂ। ਮੈਂ ਨਾਥ ਨਾ ਦਰਦੀ ਨਸਦੀਨਾ, ਮਹਾਰਾਜ ਮੈਂ ਰਾਜੀ ਹਾਂ ਤੇ ਆਪ ਜੀ ਨੇ ਰਾਜੀ, ਮੈਂ ਕਰਾਮਾਤ ਕਰ ਰਾਜੀ ਸੀ ਪਰ ਕਰਾਮਾਤ ਖੋ ਕੇ ਆਪ ਜੀ ਨੇ ਦੀਨ ਕਰ ਦਿੱਤਾ। ਭਾਵ ਮੈਂ ਤਾਂ ਰਾਜੀ ਸਾਂ ਪਰ ਤੁਸੀਂ ਮੈਨੂੰ ਹੁਣ ਦੀਨ ਕਰ ਦਿੱਤਾ ਹੈ, ਕੰਗਾਲ ਕਰ ਦਿੱਤਾ ਹੈ। ਕਾਲ ਦੇ ਮਾਰ ਜਮੀਨ, ਮੈਨੂੰ ਸਾਰੇ ਕਾਰਜ ਤੋਂ ਖਾਰਜ ਕਰ ਦਿੱਤਾ ਹੈ। ਜਦੋਂ ਗਰੀਬ ਨਵਾਜ ਸਾਹਿਬ ਜੀ ਨੇ ਉਹ ਤੀਰ ਆਪਣਾ ਧਰਤੀ ਨੂੰ ਲਾ ਕੇ ਸੀਸ ਨਾਲ ਝੁਕਾਇਆ ਨਾ, ਇਹਦੇ ਵਿੱਚ ਜਿਹੜੀਆਂ ਰਿੱਧੀਆਂ ਸਿੱਧੀਆਂ ਸੀ ਉਹਦੀਆਂ ਸਾਰੀਆਂ ਹੀ ਖਿੱਚ ਲਈਆਂ। ਹੁਣ ਦੋਵੇਂ ਕਾਰਜ ਹੀ ਹੋ ਗਏ ਨਾ, ਨਾਲੇ ਉਹਦੀ ਵੀ ਖਿੱਚ ਲਈ ਤੇ ਨਾਲੇ ਆਪਣੀ ਵੀ ਵਿਖਾਈ ਗਈ। ਉਹਨੇ ਪੁੱਛਿਆ ਵੀ ਤੁਸੀਂ ਗੁਰੂ ਕਹਾਉਂਦੇ ਹੋ, ਤੁਹਾਡੇ ਵਿੱਚ ਕੋਈ ਕਰਾਮਾਤ ਵੀ ਹੈ? ਤੇ ਮਹਾਰਾਜ ਸਾਹਿਬ ਜੀ ਨੇ ਉਹਦੇ ਸਾਹਮਣੇ ਬਹਿ ਕਰਕੇ ਉਹਦੀ ਸਾਰੀ ਖਿੱਚ ਲਈ ਰਿੱਧੀ ਸਿੱਧੀ, ਜਿਹਦਾ ਉਹਦੇ ਮਨ ਵਿੱਚ ਮਾਣ ਸੀ ਰਿੱਧੀ ਸਿੱਧੀ ਦਾ। ਜਿਵੇਂ ਨਿੰਬੂ ਨਿਚੋੜਦਾ ਹੀ ਨਿਚੋੜਦਾ ਮਹਾਰਾਜ ਨੇ। ਇੱਕ ਵਾਰੀ ਅਚਲ ਬਟਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਿੱਧਾ ਨੂੰ ਵੀ ਇਸ ਤਰ੍ਹਾਂ ਹੀ ਨਿਚੋੜਿਆ। ਉਹ ਬੜੀ ਦੂਰ ਮਿਲੇ ਸੀ ਮਹਾਰਾਜ ਸਾਹਿਬ ਜੀ ਨੂੰ ਤੇ ਕਹਿਣ ਲੱਗੇ ਵੀ ਆਓ ਅਚਲ ਬਟਾਲੇ ਸ਼ਿਵਰਾਤਰੀ ਦਾ ਮੇਲਾ ਵਾ, ਸ਼ਿਵਜੀ ਭਗਵਾਨ ਦਾ, ਚੱਲ ਗਏ ਉੱਥੇ। ਤੇ ਮਹਾਰਾਜ ਕਹਿੰਦੇ ਤੁਸੀਂ ਤੇ ਸਿੱਧ ਜੇ, ਤੁਸੀਂ ਤੇ ਉੱਡ ਕੇ ਚਲੇ ਜਾਣਾ, ਵੀ ਸਹਿਜੇ ਹੀ ਜੇ ਆਉਣੇ ਆ ਭਾਈ ਬਾਲੇ ਤੇ ਮਰਦਾਨੇ ਦੇ ਨਾਲ। ਤੇ ਉਹ ਜਦੋਂ ਆਦੇਸ਼ ਕਹਿ ਕੇ ਤੇ ਉੱਡ ਪਏ ਤੇ ਆ ਗਏ। ਜਦੋਂ ਤੁਰੇ ਤੇ ਕੀ ਵੇਖਿਆ, ਉਹ ਤੇ ਹਾਲੇ ਤੁਰੇ ਆ ਨਾ। ਤੇ ਮਹਾਰਾਜ ਕਹਿੰਦੇ ਭਾਈ ਬਾਲਿਆ, ਭਾਈ ਮਰਦਾਨਿਆ, ਨੇਤਰ ਮੀਟੋ ਤੇ ਕਹੋ ਸਤ ਕਰਤਾਰ। ਆਖਿਆ ਸਤ ਕਰਤਾਰ ਤੇ ਮਹਾਰਾਜ ਪਹੁੰਚ ਗਏ ਅਚਲ ਬਟਾਲੇ ਉਸੇ ਵੇਲੇ। ਉਹ ਕਿੰਨੇ ਦਿਨਾਂ ਬਾਅਦ ਆਏ, ਉੱਥੇ ਜੋੜ ਮੇਲਾ ਭਰਿਆ ਸ਼ਿਵਰਾਤਰੀ ਦਾ। ਤੇ ਉਹਨਾਂ ਲੋਕਾਂ ਤੋਂ ਪੁੱਛਿਆ ਵੀ ਆ ਸ੍ਰੀ ਨਾਨਕ ਤਪਾ ਜੀ ਕਦੋਂ ਦੇ ਆਏ? ਉਹਨਾਂ ਦੱਸਿਆ ਵੀ ਇਹਨਾਂ ਨੂੰ ਤਾਂ 3-4 ਦਿਨ ਹੋ ਗਏ ਆਇਆ ਨੂੰ। ਕਹਿੰਦੇ ਵੀ ਉਦੋਂ ਤਾਂ ਸਾਨੂੰ ਉੱਥੇ ਮਿਲੇ ਸੀ। ਤਾਂ ਉਹ ਫਿਰ ਬੜੇ ਈਰਖਾ ਦੇ ਨਾਲ ਭਰੇ ਸਿੱਧ। ਫਿਰ ਮਹਾਰਾਜ ਸਾਹਿਬ ਜੀ ਦੇ ਉਹਨਾਂ ਦੀ ਪੂਜਾ ਘੱਟ ਹੋਵੇ ਤੇ ਸਾਰੀ ਸੰਗਤ ਗੁਰੂ ਸਾਹਿਬ ਨੂੰ ਨਮਸਕਾਰਾਂ ਕਰ ਆ ਕੇ। ਲੰਮਾ ਚੌੜਾ ਇਤਿਹਾਸ ਹੈ। ਫਿਰ ਉਹਨਾਂ ਨੇ ਈਰਖਾ ਵਿੱਚ ਆ ਕਰਕੇ ਬੜੀਆਂ ਰਿੱਧੀਆਂ ਸਿੱਧੀਆਂ ਦੇ ਚਮਤਕਾਰੇ ਵਿਖਾਏ। ਕੋਈ ਸ਼ੇਰ ਬਣਿਆ, ਕੋਈ ਬਘੇਲਾ ਬਣਿਆ, ਕੋਈ ਫਣੀਅਰ ਸੱਪ ਬਣਿਆ। ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ 'ਚ ਲਿਖਿਆ, ਇਤਿਹਾਸ ਵਿੱਚ ਵੀ ਲਿਖਿਆ। ਉਹ ਫੁੰਕਾਰੇ ਮਾਰਨ
ਤੇ ਫਿਰ ਮਹਾਰਾਜ ਸਾਹਿਬ ਜੀ ਨੇ ਉੱਥੇ ਉਹਨਾਂ ਦੀ ਸਾਰੀਆਂ ਜਿਹੜੀਆਂ ਕਰਾਮਾਤਾਂ ਸੀ ਨਾ ਉਹ ਖਿੱਚ ਲਈਆਂ। ਤੇ ਜਿਹੜਾ ਭੰਗਰਨਾਥ ਸੀ ਨਾ ਉਹ ਜ਼ਿਆਦਾ ਹੀ ਈਰਖਾ ਦੇ ਵਿੱਚ ਤੇ ਉਹ ਆਕਾਸ਼ ਵੱਲ ਨੂੰ ਉੱਡ ਗਿਆ। ਇਤਿਹਾਸ ਵਿੱਚ ਲਿਖਿਆ ਫਿਰ ਆਪਣੀ ਖੜਾਂ ਨੂੰ ਆਗਿਆ ਕੀਤੀ ਮਹਾਰਾਜ ਨੇ, ਫਿਰ ਖੜਾਂ ਗਈ ਉੜਦੀ ਉੜਦੀ ਧੰਨ ਗੁਰੂ ਨਾਨਕ ਸਾਹਿਬ ਜੀ। ਉਹ ਭੰਗਰਨਾਥ ਦੇ ਸਿਰ 'ਚ ਵੱਜੀ, ਟੋਟਨ ਜੀ ਨੰਗੀ ਸੀ, ਉਹਦੀ ਜੜਾਵਾਂ ਲਮਕਦੀਆਂ ਸੀ ਠਾਹ ਨੂੰ। ਜਦੋਂ ਸਿਰ 'ਚ ਵੱਜੀ ਫਿਰ ਠਾਹ ਨੂੰ ਆਇਆ, ਜਦੋਂ ਠਾਹ ਨੂੰ ਆਉਂਦਾ ਫਿਰ ਨਹੀਂ ਵੱਜਦੀ, ਜਦੋਂ ਤਾਂ ਨੂੰ ਜਾਂਦਾ ਫਿਰ ਸਿਰ 'ਚ ਵੱਜਦੀ ਖੜਾਂ ਉੱਤੋਂ। ਫਿਰ ਮਹਾਰਾਜ ਦੇ ਚਰਨੀ ਆ ਕੇ ਸਾਰੇ ਬਹਿ ਗਏ। ਉਦੋਂ ਪਹਿਲੋਂ ਇਹਨਾਂ ਨੇ ਜਦੋਂ ਕਰਾਮਾਤਾਂ ਆਪਣੀਆਂ ਵਿਖਾਈਆਂ ਸੀ ਤੇ ਜ਼ੋਰ ਨਾਲ ਗੜੇ ਵੀ ਪਾਏ, ਮੀਂਹ ਵੀ ਪਾਇਆ, ਹਨੇਰੀ ਵੀ ਚਲਾਈ ਸੀ, ਉਹਦੇ ਪੰਛੀ ਬੜੇ ਮਰੇ ਸੀ। ਤੇ ਫਿਰ ਮਹਾਰਾਜ ਦਾ ਇੱਕ ਸਿੱਖ ਸੀ, ਜਦੋਂ ਇਹ ਤਾਂ ਸਾਰੇ ਖਾਲੀ ਹੋ ਕੇ ਬਹਿ ਗਏ ਨਾ ਗੁਰੂ ਸਾਹਿਬ ਦੇ ਕੋਲੇ, ਆਪਣੀਆਂ ਸਿੱਧੀਆਂ ਸਿੱਧੀਆਂ ਮਹਾਰਾਜ ਨੇ ਖਿੱਚ ਲਈਆਂ ਤੇ ਖਾਲੀ ਹੋ ਗਏ ਕਰਾਮਾਤਾਂ। ਫਿਰ ਜਿਹੜਾ ਭਾਈ ਜਿੱਤਾ ਰੰਧਾਵਾ ਸੀ ਨਾ, ਉਹ ਜਿਹੜਾ ਸਰੋਵਰ ਵਾ ਅੱਜ ਵੀ ਸੰਗਤਾਂ ਵੇਖਦੀਆਂ, ਸ਼ਿਵ ਜੀ ਦਾ ਮੰਦਿਰ ਵਾ ਤੇ ਉਹ ਸਰੋਵਰ ਦੇ ਵਿੱਚ ਮੰਦਿਰ ਬਣਿਆ ਹੋਇਆ ਚਲਵਟਾਰ। ਉਸ ਸਰੋਵਰ ਦੇ ਵਿੱਚ ਪੰਛੀ ਕਬੂਤਰ ਮਰ ਮਰ ਕੇ ਤੇ ਹੋਰ ਪੰਛੀ ਵੀ ਡਿੱਗੇ ਹੋਏ ਸੀ ਮਰ ਕੇ। ਉਹ ਸਰੋਵਰ ਦੇ ਉੱਤੇ ਵਿਛਾ ਕੇ ਨਾ ਇੱਕ ਚਾਦਰ ਜੀ, ਤੇ ਚਾਦਰ ਦੇ ਉੱਤੇ ਹੀ ਐ ਬੈਠਾ ਜਿਵੇਂ ਬੇੜੀ ਤੇ ਬੈਠਾ ਹੁੰਦਾ ਭਾਈ ਜਿੱਤਾ ਰੰਧਾਵਾ। ਉਹਨੂੰ ਸ਼ਕਤੀ ਮਹਾਰਾਜ ਸਾਹਿਬ ਦੇ ਪਾਸੋਂ ਮਿਲੀ ਸੀ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਾਸੋਂ ਰਿੱਧੀਆਂ ਸਿੱਧੀਆਂ ਪ੍ਰਾਪਤ ਹੋਈਆਂ ਸੀ। ਤੇ ਉਹ ਪੰਛੀ ਮਰਿਆਂ ਨੂੰ ਫੜ ਫੜ ਕੇ ਚੁੱਕ ਕੇ ਤਾਂ ਸੁੱਟਦਾ ਤੇ ਜਿਉਂਦੇ ਹੋ ਕੇ ਉੱਡੀ ਜਾਂਦੇ, ਮਰਿਆਂ ਨੂੰ ਜਿਉਂਦੇ ਕਰ ਕਰਕੇ ਜਿੱਤਾ ਰੰਧਾਵਾ ਡਾਈ ਜਾਂਦਾ। ਤੇ ਜਤਿਗੁਰੂ ਜਿੱਥੇ ਬੈਠੇ ਆ ਤੇ ਪੁੱਛਦੇ ਆ ਸਿੱਧਾਂ ਨੂੰ, ਕਹਿੰਦੇ ਵੀ ਉਹ ਪੰਛੀ ਕੌਣ ਉਡਾਉਣ ਡਿਆ? ਕਹਿੰਦੇ ਮਹਾਰਾਜ ਸਾਡੇ ਝੁਣ ਕਿਹੜੀ ਕਰਾਮਾਤ ਰਹਿ ਗਈ, ਸਾਡੀ ਤੇ ਸਾਰੀ ਖਿੱਚ ਲਈ, ਉਹ ਤੁਹਾਡਾ ਸਿੱਖ ਬੈਠਾ ਵਿਖਾਉਣ ਡਿਆ ਕਰਾਮਾਤ। ਤੇ ਮਹਾਰਾਜ ਨੇ ਜਿੱਤੇ ਰੰਧਾਵੇ ਦੀ ਵੀ ਖਿੱਚ ਲਈ ਸਾਰੀ ਕਰਾਮਾਤ, ਉਹਨੂੰ ਵੀ ਖਾਲੀ ਕਰ ਦਿੱਤਾ। ਇਤਿਹਾਸ ਵਿੱਚ ਲਿਖਿਆ ਸਾਰਿਆਂ ਨੂੰ ਖਾਲੀ ਇੰਜ ਕਰ ਦਿੱਤਾ ਜਿਵੇਂ ਨਿੰਬੂ ਨਿਚੋੜ ਦਈਦਾ, ਨਿਚੋੜ ਕੇ ਪਾਸੇ ਰੱਖ ਦਈਦਾ, ਵਿੱਚੋਂ ਰਸ ਕੱਢ ਕੇ, ਇਸ ਤਰ੍ਹਾਂ ਸਾਰਿਆਂ ਦੀਆਂ ਕਰਾਮਾਤਾਂ। ਫਿਰ ਇੱਕ ਸਿੱਖ ਨੇ ਆਪਣਾ ਪੁੱਤਰ ਭੇਟ ਕੀਤਾ ਸੀ, ਉਹਦਾ ਨਾਂ ਰੱਖਿਆ ਸੀ ਸੰਗਤੀਆ। ਸੰਗਤ ਦੀ ਅਰਦਾਸ ਨਾਲ ਉਹ ਸਿੱਖ ਤਰਖਾਣ ਸਿੱਖ ਦੇ ਘਰ ਵਿੱਚ ਬੱਚਾ ਪੈਦਾ ਹੋਇਆ ਸੀ। ਉਹਨੇ ਕਿਹਾ ਮਹਾਰਾਜ ਤੁਹਾਡਾ ਤੇ ਤੁਹਾਨੂੰ ਭੇਟ ਕਰਨ ਵਾਸਤੇ ਆਏ, ਤੇ ਉਹਦੀ ਪਰਖ ਵੀ ਲਈ ਸੀ। ਸਤਿਗੁਰੂ ਕਹਿਣ ਲੱਗੇ ਜੇ ਸਾਡਾ ਵਾ, ਤੇ ਫਿਰ ਮਹਾਰਾਜ ਕਹਿਣ ਲੱਗੇ ਉੱਥੇ ਸਾਹਮਣੇ ਇੱਕ ਚਿਖਾ ਤਿਆਰ ਕਰੋ। ਚਿਖਾ ਤਿਆਰ ਕੀਤੀ, ਉਹਨੂੰ ਕਹਿੰਦੇ ਸੰਗਤੀਆ ਤੂੰ ਸਾਡਾ ਵਾ ਤੇ ਜਾ ਅੱਗ 'ਚ ਬਹਿ ਜਾ ਕੇ ਚਿਖਾ ਦੇ ਵਿੱਚ। ਉਹਨੇ ਮੱਥਾ ਟੇਕਿਆ ਧੰਨ ਗੁਰੂ ਨਾਨਕ ਸਾਹਿਬ ਨੂੰ, ਛੋਟਾ ਜਿਹਾ ਬੱਚਾ ਨਹੀਂ ਡਰਿਆ ਨਹੀਂ ਘਬਰਾਇਆ, ਜਾ ਕੇ ਅੱਗ 'ਚ ਬਹਿ ਗਿਆ। ਲਿਖਿਆ ਇਤਿਹਾਸ ਵਿੱਚ ਲੱਕੜਾਂ ਸੜ ਕੇ ਸਵਾਹ ਹੋ ਗਈਆਂ, ਉਹਦਾ ਵਾਲ ਵੀ ਵਿੰਗਾ ਨਹੀਂ ਹੋਇਆ। ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਇਆ, ਗੁਰੂ ਜੀ ਨੇ ਪਰਖਿਆ ਉਹਨੂੰ। ਫਿਰ ਬੜਾ ਪਿਆਰ ਕੀਤਾ ਮਹਾਰਾਜ ਨੇ, ਆਪਣੇ ਪਾਸ ਬੁਲਾਇਆ, ਉਹਦੇ ਨਾਲ ਪਿਆਰ ਕੀਤਾ। ਫਿਰ ਉਸ ਬੱਚੇ ਨੇ ਬੇਨਤੀ ਕੀਤੀ, ਕਹਿਣ ਲੱਗਾ ਵੀ ਮਹਾਰਾਜ ਤੁਸੀਂ ਤੇ ਸਮੁੰਦਰ ਹੋ, ਤੇ ਆਹ ਤੇ ਬੂੰਦਾਂ ਵਾ ਨਿੱਕੀਆਂ ਨਿੱਕੀਆਂ, ਤੇ ਮਹਾਰਾਜ ਸਮੁੰਦਰ ਦੇ ਵਿੱਚ 2-4 ਬੂੰਦਾਂ ਹੋਰ ਪੈ ਜਾਣ ਤੇ ਸਮੁੰਦਰ ਉਛਲਦਾ ਨਹੀਂ, ਤੇ ਸਮੁੰਦਰ ਦੇ ਵਿੱਚੋਂ 2-4 ਬੂੰਦਾਂ ਕੱਢ ਲਈਏ ਤੇ ਸਮੁੰਦਰ ਦਾ ਘਟਦਾ ਕੁਝ ਨਹੀਂ। ਇਹਨਾਂ ਸਿੱਧਾਂ ਨੂੰ ਮਹਾਰਾਜ ਇਹਨਾਂ ਦੀਆਂ ਕਰਾਮਾਤਾਂ ਰਿੱਧੀਆਂ ਸਿੱਧੀਆਂ ਵਾਪਸ ਦੇ ਦਿਓ। ਤੇ ਸਤਿਗੁਰੂ ਕਹਿੰਦੇ ਕਿ ਬਾਲਕਿਆ ਇਹ ਚਮਤਕਾਰੇ ਵਿਖਾਉਂਦੇ ਆ, ਇਹ ਹੰਕਾਰ ਕਰਦੇ ਆਪਣੀ ਕਰਾਮਾਤ ਦਾ, ਇਹ ਲੋਕਾਂ ਤੋਂ ਪੂਜਾ ਕਰਾਉਂਦੇ ਆਪਣੀ ਕਰਾਮਾਤ ਵਿਖਾ ਵਿਖਾ ਕੇ, ਇਸ ਕਰਕੇ ਇਹਨਾਂ ਨੂੰ ਖਾਲੀ ਕੀਤਾ। ਆਖਿਆ ਮਹਾਰਾਜ ਤੁਸੀਂ ਤੇ ਸਾਗਰ, ਜੇ ਤੁਹਾਡੇ ਇਹਨਾਂ ਦੀ ਕਰਾਮਾਤ ਲੈ ਕੇ ਤੁਹਾਡਾ ਕਿਹੜਾ ਕੁਝ ਵਧਣਾ, ਤੁਸੀਂ ਅੱਗੇ ਹੀ ਸਮੁੰਦਰ ਹੋ। ਤੇ ਮਹਾਰਾਜ ਕਹਿਣ ਲੱਗੇ ਤੇਰੀ ਬੇਨਤੀ ਵੀ ਨਹੀਂ ਮੋੜੀ ਜਾ ਸਕਦੀ। ਫਿਰ ਵਾਪਸ ਕੀਤੀਆਂ ਸੀ ਉਹਨਾਂ ਦੀਆਂ ਸਿੱਧੀਆਂ ਰਿੱਧੀਆਂ ਸਤਿਗੁਰੂ ਜੀ। ਇਸੇ ਤਰ੍ਹਾਂ ਹੀ ਇੱਥੇ ਗਰੀਬ ਨਵਾਜ ਸਾਹਿਬ ਜੀ ਨੇ ਜਦੋਂ ਤੀਰ ਹੀ ਕੱਢ ਕੇ ਥੱਲੇ ਛੁਆਇਆ ਤੇ ਕਹਿਣ ਲੱਗੇ ਹੁਕਮਨਾਥ ਦੱਸ ਆਪਣੀ ਗਾਥਾ, ਰਾਜੀ ਹੈ ਆਨੰਦ ਦੇ ਸਾਥ। ਉਹਨੇ ਹੱਥ ਜੋੜ ਕੇ ਫਿਰ ਆਖਿਆ ਵੀ ਧੰਨ ਗੁਰੂ ਗੋਬਿੰਦ ਸਿੰਘ ਜੀ ਮੇਰੀ ਨਮਸਕਾਰ ਪ੍ਰਵਾਨ ਕਰੋ। ਪਹਿਲਾਂ ਤੇ ਮੈਂ ਰਾਜੀ ਸਾਂ ਤੇ ਹੁਣ ਤੁਸੀਂ ਮੈਨੂੰ ਕਰ ਦਿੱਤਾ ਕੰਗਾਲ, ਵੀ ਮੇਰੀ ਰਿੱਧੀ ਸਿੱਧੀ ਜਿਹੜੀ ਹੈਗੀ ਜਿਹਦਾ ਮੈਂ ਮਾਣ ਕਰਦਾ ਇਹ ਤੁਸੀਂ ਖਿੱਚ ਲਈ ਸਾਰੀ। ਗੁਰੂ ਸਤਿਗੁਰੂ ਕਹਿਣ ਲੱਗੇ ਵੀ ਹੁਣ ਜਿਹੜੀ ਦੇਖਣ ਆ ਬਠੌਰ, ਵੀ ਹੁਣ ਜਗ੍ਹਾ ਵੇਖਦੇ ਹਾਂ। ਮਹਾਰਾਜ ਕਹਿੰਦੇ ਚੱਲ ਦਿੱਲੀ ਚੱਲ ਗਏ ਤੇ ਲਾਹੌਰ ਚੱਲ ਗਏ, ਤੇ ਕੁਝ ਸਮੇਂ ਬਾਅਦ ਚੱਲ ਕੇ ਆ ਜਾਵਾਂਗੇ।
ਭਾਵੈ ਜੇ ਤੇਰੇ ਚਿੱਤ ਵਿੱਚ ਇਸ ਤਰ੍ਹਾਂ ਭਾਉਂਦਾ ਹੈ ਨਾਥ ਕਹੇ ਨਿਸ਼ਫਲ ਅਭਿਲਾਖਾ ਤੇ ਨਾਥ ਕਹਿਣ ਲੱਗਾ ਜੀ ਇਹ ਇੱਛਾ ਸਾਰੀ ਨਿਸਫਲ ਹੈ। ਐਤੇ ਉਚਿਤ ਨਾ ਮੋਹ ਕਹੋ ਰੱਖਾ ਮਹਾਰਾਜ ਹੁਣ ਮੈਂ ਜਾਣ ਦੇ ਯੋਗ ਹੀ ਨਹੀਂ ਹਾਂ, ਮੈਨੂੰ ਜਾਣ ਦੇ ਯੋਗ ਹੀ ਨਹੀਂ ਤੁਸੀਂ ਰਹਿਣ ਦਿੱਤਾ ਹੈ। ਮੈਂ ਜਿਨਤਾ ਰਾਸਾਰ ਦੁਨਾਰਾ ਮਹਾਰਾਜ ਖਿੱਚ ਕੇ ਸਾਰਾ ਹੀ ਸਾਰ ਜਿਹੜਾ ਹੈ ਉਹ ਖਿੱਚ ਲਿਆ ਹੈ ਤੁਸੀਂ, ਭਾਵ ਮੇਰੀ ਕਰਾਮਾਤ ਜਿਹੜੀ ਹੈ ਨਾ ਉਹ ਖਿੱਚ ਲਈ ਆਪ ਜੀ ਨੇ ਸਾਰੀ। ਅਨੁਭੂਤ ਕੋ ਕਹੋ ਅਪਸਾਰਾ ਮਹਾਰਾਜ ਹੁਣ ਤਾਂ ਮੈਨੂੰ ਫੋਗਾ ਕਰਕੇ ਤੁਸੀਂ ਸੁੱਟ ਦਿੱਤਾ। ਜਿਵੇਂ ਕਿਸੇ ਦਾ ਸਾਰ ਖਿੱਚ ਲਈਏ ਤੇ ਫੋਗ ਰਹਿ ਜਾਂਦਾ, ਜਿਵੇਂ ਗੰਨੇ ਨੂੰ ਨਿਚੋੜ ਕੇ ਉਹਦੀ ਰੋਹ ਕੱਢ ਲਈਏ ਤੇ ਪਛੀਆਂ ਰਹਿ ਜਾਂਦੀਆਂ, ਮੈਨੂੰ ਤਾਂ ਤੁਸੀਂ ਫੋਗ ਕਰਕੇ ਸੁੱਟ ਦਿੱਤਾ ਹੈ। ਸਤਿਗੁਰ ਭਜੋ ਕਾਮਨਾ ਤੇਰੀ ਸਤਿਗੁਰੂ ਕਹਿਣ ਲੱਗੇ ਵੀ ਇਹ ਨਾਥ ਜੀ ਇਹ ਤਾਂ ਤੇਰੀ ਕਾਮਨਾ ਸੀ, ਤੇਰੀ ਇੱਛਾ ਸੀ ਅਸਮਤ ਜਾਚਿਤ ਫਲੀ ਕਨੇਰੀ ਤੇ ਤੂੰ ਅਜਮਤ ਮੰਗਦਾ ਸੈਂ ਕਿ ਉਹ ਅਜਮਤੀ ਜਿਹੜੀ ਹੈ ਉਹ ਫਲੀ ਹੈ ਕਨੇਰੀ ਬਹੁਤੀ, ਭਾਵ ਤੈਨੂੰ ਅਜਮਤੀ ਵਿਖਾਈ ਹੈ। ਆਪਨ ਕੋ ਦੋਸ਼ ਜਾਣ ਕੇ ਕਰੋ ਇਸ ਕਰਕੇ ਆਪਣਾ ਦੋਸ਼ ਜਾਣ ਕੇ ਹੁਣ ਟਿਕਿਆ ਰਹੋ। ਜਿਨ ਬਾਸ਼ਾ ਵਿੱਚ ਫਲ ਮਿਲਦਾ ਹੋ ਜਿਵੇਂ ਚਿੱਤ ਵਿੱਚ ਚਾਹੁੰਦਾ ਉਸੇ ਤਰ੍ਹਾਂ ਦਾ ਫਲ ਲੈ ਲੈ। ਉਸ਼ਨ ਰਹਿ ਜਾਣ ਦਾ ਸਾਚੇ ਫਿਰ ਚੁੱਪ ਕੀਤਾ ਰਿਹਾ ਬਚਨ ਮਹਾਰਾਜ ਦੇ ਸੱਚੇ ਜਾਣ ਕੇ। ਮਾਨ ਰਾਜ ਅਰਜੁਨ ਕੋ ਜਾਤੇ ਇਸ ਤਰ੍ਹਾਂ ਮਾਣ ਦੇ ਵਿੱਚ ਹੰਕਾਰ ਦੇ ਵਿੱਚ ਰਚ ਕੇ ਇਹਨੇ ਕਰਾਮਾਤ ਮੰਗੀ ਸੀ ਪਹਿਲਾਂ ਕਿ ਤੁਸੀਂ ਗੁਰੂ ਕਹਾਉਂਦੇ ਹੋ ਕੋਈ ਕਰਾਮਾਤ ਵੀ ਹੈ ਮੈਂ ਵੇਖਣਾ ਚਾਹੁੰਦਾ ਹਾਂ। ਇਸ ਕਰਕੇ ਹੁਣ ਚੁੱਪ ਕੀਤਾ ਰਿਹਾ ਵੀ ਇਹ ਬਚਨ ਤਾਂ ਮਹਾਰਾਜ ਸਾਹਿਬ ਜੀ ਦੇ ਸੱਚੇ ਹਨ। ਮਤ ਸੁੰਦਰ ਹੈ ਸਿਖਾਉ ਇੱਕ ਮੱਠ ਸੀ ਇਹਦਾ ਸੁੰਦਰ ਸੋਹਣਾ ਉਸ ਥਾਂ ਤੇ, ਕਾਸਮ ਭੱਟੀ ਕੀ ਹੋਰ ਤਾਂ ਕਹਿੰਦੇ ਹਨ ਕਿ ਉਸ ਥਾਂ ਦੇ ਉੱਤੇ ਕਾਸਬ ਨਾਮੇ ਭੱਟੀ ਦੀ ਕਬਰ ਹੈ ਉਸ ਮੱਠ ਵਿੱਚ। ਇਸ ਕੋ ਸਿੱਖ ਕਰ ਗੁਰੂ ਸਰਾਹ ਉਸ ਨੂੰ ਵੇਖ ਕੇ ਗੁਰੂ ਸਾਹਿਬ ਨੇ ਸਲਾਹਿਆ ਹੈ। ਆਏ ਸੁੰਦਰ ਸਮਾਈ ਮਹਾਰਾਜ ਕਹਿੰਦੇ ਵੀ ਆਹ ਥਾਂ ਬੜੀ ਹੈ, ਤਾਂ ਉਹਦੇ ਵਿੱਚ ਕਬਰ ਬਣੀ ਹੋਈ ਸੀ ਮੱਠ ਦੇ ਵਿੱਚ, ਤੇ ਸਤਿਗੁਰੂ ਕਹਿੰਦੇ ਆ ਥਾਂ ਬੜੀ ਸੋਹਣੀ ਬਣੀ ਹੈ। ਕਈ ਵਾਰੀ ਸੁਭਾਵਕ ਵੇਖ ਕੇ ਕੋਈ ਵਧੀਆ ਜਿਹਾ ਕਮਰਾ ਪਿਆ ਹੋਵੇ ਕੋਈ ਜਗ੍ਹਾ ਤੇ ਆਪਾਂ ਵੇਖ ਕੇ ਸਿਫਤ ਕਰਨ ਲੱਗ ਹੀ ਪੈਂਦੇ ਆ। ਇਸੇ ਤਰ੍ਹਾਂ ਉਹਦਾ ਬਾਹਰਲਾ ਪਾਸਾ ਜਿਹਾ ਵੇਖ ਕੇ ਗੁਰੂ ਸਾਹਿਬ ਕਹਿੰਦੇ ਵੀ ਇਹ ਜਗ੍ਹਾ ਬੜੀ ਸੋਹਣੀ ਬਣੀ, ਥਾਂ ਬੜਾ ਸੋਹਣਾ ਬਣਿਆ ਹੋਇਆ ਹੈ। ਮਾਨ ਸਿੰਘ ਆਦਿ ਸੁਨੇ ਤਾਂ ਭਾਈ ਮਾਨ ਸਿੰਘ ਤੋਂ ਆਦਿਕ ਸਿੰਘਾਂ ਨੇ ਇਹ ਬੋਲ ਗੁਰੂ ਜੀ ਦੇ ਸੁਣ ਲਏ। ਸਭ ਦੇ ਸੰਗ ਬੇਟੀ ਬਨੇ ਕਹਿਣ ਲੱਗੇ ਵੀ ਹੁਣ ਪ੍ਰਭੂ ਨੂੰ ਵਿਵੇਕ ਲਾਈ ਜਾਵੇਗੀ ਵੀ ਇਹ ਹੁਣ ਜਿਹੜੀ ਮਰਿਆਦਾ ਹੈ ਵਿਚਾਰ ਵਾਲੇ ਵਿਵੇਕ ਤੋਂ ਭਾਵ ਤੇ ਉਂਝ ਤਨਖਾਹ ਹੀ ਹੈ, ਇੱਥੇ ਵਿਵੇਕ ਵਿਚਾਰ ਦਾ ਭਾਵ ਵੀ ਹੁਣ ਤਾਂ ਗੁਰੂ ਸਾਹਿਬ ਨੇ ਵੀ ਇਹ ਜਿਹੜੀ ਕਬਰ ਜੀ ਹੈ ਇਹਦੀ ਸਿਫਤ ਕੀਤੀ, ਇਸ ਕਰਕੇ ਤਨਖਾਹ ਲਾਈ ਜਾਵੇਗੀ। ਆਨ ਕੋ ਆਪ ਸਰਾਹਾ ਵੀ ਆਪ ਜੀ ਨੇ ਤੁਰਕਾਂ ਦੀ ਜਿਹੜੀ ਥਾਂ ਹੈ ਇਹਦੀ ਸਲੋਤਾ ਕੀਤੀ ਹੈ। ਨਾ ਤੇ ਕਿਤੇ ਹੋ ਤਨਖਾਹ ਇਸ ਕਰਕੇ ਮਹਾਰਾਜ ਹੁਣ ਤੁਸੀਂ ਤਨਖਾਹ ਦੇਣ ਦੇ ਯੋਗ ਹੋ, ਹੁਣ ਤੁਹਾਨੂੰ ਤਨਖਾਹ ਲੱਗੇਗੀ। ਇਹ ਸਤਿਗੁਰੂ ਗਰੀਬ ਨਵਾਜ ਥਾਂ ਥਾਂ ਤੇ ਜਾਣ ਬੁੱਝ ਕੇ ਐਸੇ ਕੌਤਕ ਕਰਦੇ ਸਨ ਵੀ ਖਾਲਸਾ ਸਾਡਾ ਜਿਹੜਾ ਉਹ ਸਾਵਧਾਨ ਰਹੇ, ਸਾਵਧਾਨ ਸੁਚੇਤ ਪਰਖਦੇ ਸੀ ਵੀ ਸਿੰਘ ਢਿੱਲੇ ਤੇ ਨਹੀਂ ਕਿਤੇ ਹੋ ਗਏ। ਤੇ ਸਿੰਘ ਤਿਆਰ ਗੁਰਦਿਆਰ ਮਹਾਰਾਜ ਸਾਹਿਬ ਜੀ ਦੇ ਜਿਹੜੇ ਆਪਣੇ ਗੁਰੂ ਸਾਹਿਬ ਨੂੰ ਵੀ ਤਨਖਾਹ ਲਾਉਣ ਵਾਸਤੇ ਤਿਆਰ ਆ। ਸਾਧ ਸੰਗਤ ਸਾਡੀ ਗੁਰੂ ਘਰ ਦੀ ਮਰਿਆਦਾ ਐਸੀ ਆ ਜਿਹੜੀ ਸਿੱਖਾਂ ਨੂੰ ਦਿੱਤੀ ਆ ਉਹ ਗੁਰੂ ਸਾਹਿਬ ਨੇ ਆਪ ਵੀ ਧਾਰਨ ਕੀਤੀ ਹੈ। ਜੇ ਸਿੱਖ ਨੂੰ ਆਖਿਆ ਨਾ ਵੀ ਸਿੱਖ ਕੋਈ ਕਰੈਤ ਕਰੇ, ਕੋਈ ਗਲਤੀ ਕਰੇ, ਕੋਈ ਭੁੱਲ ਕਰੇ ਤੇ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕਰਕੇ ਤਨਖਾਹ ਲਵਾ ਕੇ ਆਪਣੇ ਆਪ ਨੂੰ ਜਿਹੜੀ ਗਲਤੀ ਉਹ ਬਖਸ਼ਾਵੇ, ਆਪਣੇ ਆਪ ਨੂੰ ਬਖਸ਼ਾਵੇ ਤਾਂ ਬਖਸ਼ਿਆ ਜਾਵੇਗਾ। ਤੇ ਜੇ ਹੰਕਾਰ ਵਿੱਚ ਤੁਰਿਆ ਫਿਰੇਗਾ ਵੀ ਮੈਂ ਨਹੀਂ ਤਨਖਾਹ ਲਵਾਉਂਦਾ ਤੇ ਫਿਰ ਉਹਨੂੰ ਫਿਰ ਜੂਨਾਂ 'ਚ ਪੈਣਾ, ਫਿਰ ਜੰਮਣਾ ਮਰਨਾ ਪੈਣਾ। ਜੇ ਨਿਮਰਤਾ ਸਹਿਤ ਹੋ ਕੇ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਗਲਤੀ ਦੀ ਮਾਫੀ ਮੰਗੇ ਤਾਂ ਤੇ ਮਿਲੇਗੀ। ਜਿੱਥੇ ਸਿੱਖਾਂ ਨੂੰ ਇਹ ਆਗਿਆ ਉੱਥੇ ਗੁਰੂ ਸਾਹਿਬ ਨੇ ਆਪਣੇ ਤੇ ਵੀ ਇਹ ਸਾਰੇ ਬਚਨ ਹੰਢਾਏ। ਸਾਧ ਸੰਗਤ ਖਾਲਸੇ ਨੂੰ ਸਾਵਧਾਨ ਕਰਨ ਵਾਸਤੇ, ਸੁਚੇਤ ਕਰਨ ਵਾਸਤੇ, ਤਿਆਰ ਕਰਨ ਵਾਸਤੇ। ਤਾਂ ਹੁਣ ਭਾਈ ਮਾਨ ਸਿੰਘ ਆਦਿਕ ਸਿੰਘਾਂ ਨੇ ਆਖਿਆ ਮਹਾਰਾਜ ਹੁਣ ਤਾਂ ਵਿਵੇਕ ਲਾਉਣੀ ਪਵੇਗੀ ਤੁਹਾਨੂੰ, ਭਾਵਨ ਤਨਖਾਹ ਜਿਹੜੀ ਹੈ ਉਹ ਤੁਹਾਨੂੰ ਦੇਣੀ ਪਵੇਗੀ। ਤੁਸੀਂ ਤੁਰਕਾਂ ਦੇ ਥਾਂ ਦੀ ਸਿਫਤ ਕੀਤੀ ਹੈ ਕਿਉਂਕਿ ਤੁਹਾਡਾ ਬਚਨ ਹੈ ਕਿ ਜਾਣ ਬੁੱਝ ਕੇ ਤਾਂ ਮੰਨਣਾ ਕਿ ਭੁੱਲ ਕੇ ਵੀ ਨਹੀਂ ਗੋਰਮੜੀ ਮੱਟ ਨੂੰ ਮੰਨਣਾ। ਤੇ ਤੁਸੀਂ ਮਹਾਰਾਜ ਸਿਫਤ ਕਰ ਦਿੱਤੀ ਵੀ ਇਹ ਥਾਂ ਬੜਾ ਸੋਹਣਾ ਬਣਿਆ ਹੋਇਆ ਤੇ ਕਬਰ ਵਾ,
ਤੁਸੀਂ ਕਬਰ ਦੀ ਸਿਫਤ ਕੀਤੀ ਹੈ। ਇਸ ਕਰਕੇ ਤੁਹਾਡਾ ਹੀ ਵਚਨ ਹੈ ਵੀ ਜਾਗਤ ਜੋਤ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨਾ ਮੰਨੈ। ਵੀ ਭੁੱਲ ਕੇ ਵੀ ਨਾ ਮੰਨੇ, ਜਾਣ ਬੁੱਝ ਕੇ ਤੇ ਕੀ ਮੰਨਣਾ, ਵੀ ਭੁੱਲ ਕੇ ਵੀ ਨਾ ਕਿਤੇ ਉਧਰ ਨੂੰ ਚਲੇ ਜਾਵੇ। ਇਸ ਕਰਕੇ ਮਹਾਰਾਜ ਆਪ ਜੀ ਨੂੰ ਤਨਖਾਹ ਲੱਗੇਗੀ ਹੁਣ। ਮਹਾਰਾਜ ਇਸ ਤਰੀਕੇ ਨਾਲ ਤੁਸੀਂ ਤਾਂ ਰਹਿਤ ਦੱਸੀ ਹੈ ਸਾਨੂੰ ਆਪਣੇ ਮੁਖ ਤੋਂ। ਇਹ ਜੋ ਖਾਲਸੇ ਦਾ ਵਿਵੇਕ ਸੀ ਇਹ ਸੁਣ ਕਰਕੇ ਉਸ ਵੇਲੇ ਮਹਾਰਾਜ ਕਹਿਣ ਲੱਗੇ ਵੀ ਖਾਲਸਾ ਬਖਸ਼ੇ ਸਾਨੂੰ ਹਨ, ਸਾਡੇ ਤੋਂ ਗਲਤੀ ਹੋਈ ਆ ਤੇ ਅਸੀਂ ਖਾਲਸੇ ਤੋਂ ਵਿਵੇਕ ਲਵਾਉਣੇ ਆ। ਇਹ ਸਤਿਗੁਰਾਂ ਦੀ ਨਿਮਰਤਾ ਹੈ। ਜਿਵੇਂ ਪਹਿਲੇ ਸਰੂਪਾਂ ਜਿਵੇਂ ਮਹਾਰਾਜ ਨੇ ਆਖਿਆ ਨਾ, ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀਗਤ ਪਾਏ, ਗੁਰ ਸਿੱਖਾਂ ਨੂੰ ਵਡਿਆਈ ਦਿੱਤੀ, ਆਪਣੇ ਆਪ ਨੂੰ ਨੀਵਾਂ ਰੱਖਿਆ। ਜਿਵੇਂ ਖਾਲਸੇ ਦੀ ਸਾਜਣਾ ਕਰਕੇ ਪਹਿਲਾਂ ਪੰਜਾਂ ਪਿਆਰਿਆਂ ਨੂੰ ਆਪ ਅੰਮ੍ਰਿਤ ਛਕਾਇਆ, ਫਿਰ ਪੰਜਾਂ ਨੂੰ ਆਖਿਆ ਤੁਸੀਂ ਤਿਆਰ ਕਰਕੇ ਸਾਨੂੰ ਛਕਾਓ। ਤੋ ਇਹ ਮਰਿਆਦਾ ਦੇਣ ਵਾਸਤੇ ਪੰਥ ਨੂੰ ਮਹਾਰਾਜ ਨੇ ਥਾਵਾਂ ਥਾਵਾਂ ਤੇ ਐਸੇ ਕੌਤਕ ਰਚੇ। ਤਾਂ ਉਸ ਵੇਲੇ ਕਹਿਣ ਲੱਗੇ ਵੀ ਅਸੀਂ ਖਾਲਸੇ ਦੇ ਅੱਗੇ, ਖਾਲਸਾ ਗੁਰੂ ਆ ਸਾਡਾ। ਅਨੰਦਪੁਰ ਸਾਹਿਬ ਵੀ ਅੰਮ੍ਰਿਤ ਛਕਾ ਕੇ ਆਖਿਆ ਸੀ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਚਮਕੌਰ ਦੀ ਗੜੀ 8 ਪੋਹ ਦੀ ਰਾਤ ਨੂੰ ਗੜੀ ਛੱਡਣ ਲੱਗਿਆ ਵੀ ਪੰਜਾਂ ਸਿੰਘਾਂ ਨੂੰ ਪ੍ਰਕਰਮਾ ਕਰਕੇ ਤੇ ਕਲਗੀ ਜਗ੍ਹਾ ਦੇ ਕੇ ਬਸਤਰ ਸ਼ਸਤਰ ਦੇ ਕੇ ਤੇ ਪੰਜਾਂ ਦੇ ਸਾਹਮਣੇ ਖਲੋ ਕੇ ਆਖਿਆ ਸੀ, ਗੁਰੂ ਖਾਲਸਾ ਖਾਲਸਾ ਗੁਰੂ ਆ। ਹੋਏ ਤਨਖਾਹੀਆ ਬਖਸ਼ੇ ਪੰਚੋਂ, ਪੰਜਾਂ ਦੀ ਵਡਿਆਈ ਉਸ ਮੌਕੇ ਤੇ ਵੀ ਕੀਤੀ ਸੀ ਵੀ ਪੰਜਾਂ ਨੂੰ ਅਸੀਂ ਗੁਰਿਆਈ ਦਿੰਦੇ ਹਾਂ। ਮਹਾਰਾਜ ਸਾਹਿਬ ਨੇ ਉਸ ਮੌਕੇ ਤੇ ਬਚਨ ਕੀਤੇ ਸੀ ਚਮਕੌਰ ਦੀ ਗੜੀ ਵਿੱਚ। ਤਾਂ ਇਸੇ ਤਰ੍ਹਾਂ ਇਹ ਖਾਲਸੇ ਦੀ ਮਹਿਮਾ ਮਹਾਰਾਜ ਨੇ ਪ੍ਰਗਟ ਕੀਤੀ। ਸਤਿਗੁਰੂ ਕਹਿਣ ਲੱਗੇ ਬਖਸ਼ਾਵਤ ਭੇ ਗੁਰ ਤੇ ਸਵੇਰਾ। ਗੁਰੂ ਸਾਹਿਬ ਜੀ ਪੰਜਾਂ ਸਿੰਘਾਂ ਦੇ ਕੋਲੋਂ ਫਿਰ ਇਹ ਤਨਖਾਹ ਲਵਾ ਕੇ ਬਖਸ਼ਾਉਣ ਲੱਗੇ, ਭਾਵ ਮਰਿਆਦਾ ਕਾਇਮ ਕਰਨ ਲੱਗੇ ਕਿ ਕੋਈ ਗਲਤੀ ਕਰੇ ਤੇ ਪੰਜਾਂ ਦੇ ਪੇਸ਼ ਹੋ ਕੇ ਬਖਸ਼ਾ ਲਵੇ, ਕੋਈ ਸੰਗ ਨਾ ਕਰੇ, ਸ਼ਰਮ ਨਾ ਕਰੇ। ਵੇਖੋ ਅਸੀਂ ਗੁਰੂ ਹੁੰਦੇ ਆ, ਪੰਜਾਂ ਦੇ ਪੇਸ਼ ਹੋ ਰਹੇ ਹਾਂ। ਅਸੀਂ ਗੁਰਤਾ ਗੱਦੀ ਦੇ ਮਾਲਕ ਹੋ ਕੇ ਪੰਜਾਂ ਤੋਂ ਅੰਮ੍ਰਿਤ ਛਕਿਆ ਵਾ ਤੇ ਅਸੀਂ ਆਪ ਤਨਖਾਹ ਲਵਾ ਰਹੇ ਹਾਂ ਪੰਜਾਂ ਸਿੰਘਾਂ ਦੇ ਪਾਸੋਂ। ਜੇ ਕੋਈ ਢਿੱਲ ਮੱਠ ਜੀਵਨ ਵਿੱਚ ਹੁੰਦੀ ਆ, ਡਰਨ ਦੀ ਲੋੜ ਕੋਈ ਨਹੀਂ, ਸੰਗ ਸ਼ਰਮ ਕਰਨ ਦੀ ਲੋੜ ਕੋਈ ਨਹੀਂ। ਪੰਜਾਂ ਸਿੰਘਾਂ ਨੂੰ ਮੇਰਾ ਰੂਪ ਜਾਣ ਕਰਕੇ ਪੰਜਾਂ ਦੇ ਪੇਸ਼ ਹੋ ਕੇ ਆਪਣੇ ਆਪ ਨੂੰ ਬਖਸ਼ਾਵੇ ਸਿੱਖ। ਇਹ ਮਰਿਆਦਾ ਦਿੱਤੀ ਮਹਾਰਾਜ ਸਾਹਿਬ ਜੀ ਨੇ। ਗੁਰੂ ਸਾਹਿਬ ਜੀ ਫਿਰ ਬਖਸ਼ਾਉਣ ਲੱਗੇ ਤਾਂ ਸਿੰਘਾਂ ਨੇ ਫਿਰ ਵਿਚਾਰ ਕਰਕੇ 25 ਰੁਪਏ ਤਨਖਾਹ ਲਾਈ ਕਲਗੀਧਰ ਪਾਤਸ਼ਾਹ। ਬਿੰਸਤ 20 ਤੇ 5 ਉੱਤੇ 25 ਰੁਪਏ ਵੀ ਮਹਾਰਾਜ 25 ਰੁਪਏ ਕਰੋ ਖਾਲਸੇ ਦੇ ਹਾਜ਼ਰ ਤੁਸੀਂ। ਉਹਨਾਂ ਦਿਨਾਂ 'ਚ 25 ਰੁਪਏ ਵੀ ਬਹੁਤੇ ਸੀ। ਉਂਝ ਕਈਆਂ ਗੁਰਸਿੱਖਾਂ ਨੇ ਹੋਰ ਵੀ ਵਿਚਾਰ ਦਿੱਤੀ, ਇੱਥੇ ਨਹੀਂ ਆਈ, ਹੋਰ ਕਈਆਂ ਲਿਖਤਾਂ ਨੇ, ਕਈਆਂ ਗੁਰਮੁਖਾਂ ਨੇ ਐਸੀ ਦਿੱਤੀ ਵੀ ਜਦੋਂ 5 ਸਿੰਘ ਤਨਖਾਹ ਲਾਉਣ ਲੱਗੇ ਤੇ ਇੱਕ ਨੇ ਆਖਿਆ 500 ਰੁਪਇਆ ਲਾਈ, ਇੱਕ ਨੇ ਵੱਧ ਆਖਿਆ, ਇੱਕ ਨੇ ਆਖਿਆ 5000 ਲਾਈਏ ਗੁਰੂ ਸਾਹਿਬ ਜੀ। ਉਹਨੇ ਕਿਹਾ ਵੀ ਆਪਾਂ ਮਹਾਰਾਜ ਨੂੰ 5000 ਲਾ ਦਿੱਤੀ ਤੇ ਗੁਰੂ ਸਾਹਿਬ ਨੇ ਤੇ 5000 ਵੀ ਦੇ ਦੇਣਾ, ਤੇ ਜਦੋਂ ਆਪਣੇ ਤੋਂ ਕਿਤੇ ਢਿੱਲ ਮੱਠ ਹੋ ਗਈ ਤੇ ਆਪਾਂ 5000 ਕਿਵੇਂ ਦੇਵਾਂਗੇ। ਫਿਰ ਵਿਚਾਰ ਕਰਕੇ ਕਹਿੰਦੇ ਵੀ 25 ਲਾਈਏ। ਇੱਥੇ ਨਹੀਂ ਉਹ ਵਿਚਾਰ ਆਈ, ਇੱਥੇ ਸਿਰਫ 25 ਦਾ ਹੀ ਜ਼ਿਕਰ ਆਇਆ ਵੀ 25 ਰੁਪਏ ਉਸ ਵੇਲੇ ਸਿੰਘਾਂ ਨੇ ਇਹ ਤਨਖਾਹ ਲਾਈ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ। ਤਾਂ ਭਾਈ ਦਾਨ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਇਹ ਕਿਹੜੀ ਵਿਧੀ ਆਪ ਜੀ ਨੇ ਕੀਤੀ ਹੈ। ਮਾਰੇ ਸਾਰੀ ਉਲਟੀ ਵਿਧੀ ਸਾਨੂੰ ਦੇਖਣ ਵਿੱਚ ਆਈ ਹੈ। ਤੇ ਭਾਈ ਦਾਨ ਸਿੰਘ ਦੇ ਬੇਨਤੀ ਕਰਨ ਤੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੱਸਣਾ ਕੀਤਾ। ਮਹਾਰਾਜ ਕਹਿੰਦੇ ਖਾਲਸੇ ਨੂੰ ਸਿਖਾਉਣ ਵਾਸਤੇ ਹੀ ਸਾਰਾ ਕੁਝ ਕਰ ਰਹੇ ਨੇ ਕਿ ਜੇ ਕੋਈ ਵੱਡੇ ਤੋਂ ਵੱਡਾ ਵੀ ਗਲਤੀ ਕਰੇਗਾ ਤੇ ਉਹਨੂੰ ਪੰਜਾਂ ਦੇ ਹਾਜ਼ਰ ਕਰਿਆ ਕਰਿਓ। ਫਿਰ ਕੋਈ ਵੀ ਤਾਂ ਹੀ ਸਾਧ ਸੰਗਤ ਜੀ, ਜੇ ਮਹਾਰਾਜਾ ਰਣਜੀਤ ਸਿੰਘ ਰਾਜ ਭਾਗ ਕਰਦਿਆਂ ਆ ਉਹ ਵੀ ਕੋਈ ਗਲਤੀ ਕਰ ਪੈਂਦੇ ਸੀ ਨਾ, ਤੇ ਬਾਬਾ ਫੂਲਾ ਸਿੰਘ ਜੀ ਅਕਾਲੀ ਕਹਿ ਦਿੰਦੇ ਵੀ ਇੱਥੇ ਆ ਸ੍ਰੀ ਅਕਾਲ ਤਖਤ ਦੇ ਸਾਹਮਣੇ ਤੈਨੂੰ ਤਨਖਾਹ ਲਾਈ ਜਾਂਦੀ, ਤੇ ਮਹਾਰਾਜਾ ਰਣਜੀਤ ਸਿੰਘ ਵੀ ਫਿਰ ਹੱਥ ਜੋੜ ਕੇ ਸਾਹਮਣੇ ਆ ਜਾਂਦੇ ਸੀ ਸਿਰ ਝੁਕਾ ਕੇ।
ਮਹਾਰਾਜ ਸਾਹਿਬ ਨੇ ਆਖਿਆ ਇਹ ਖਾਲਸੇ ਨੂੰ ਅਸੀਂ ਸਿਖਾ ਰਹੇ ਹਾਂ ਮਰਿਆਦਾ ਸਾਰੀ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਇਹ ਲੈਣ ਦੇਣ ਹੋਵੇਗਾ ਤਨਖਾਹ ਦਾ। ਜਿਹੜਾ ਤਨਖਾਹੀਆ ਹੋਵੇਗਾ ਕੋਈ ਗਲਤੀ ਕਰੇਗਾ ਉਹਨੂੰ ਤਨਖਾਹ ਦੇਣੀ ਪਿਆ ਕਰੇਗੀ ਤੇ 5 ਪਿਆਰੇ ਲਿਆ ਕਰਨਗੇ। ਇਹ ਖਾਲਸੇ ਦੇ ਵਿੱਚ ਰਾਹ ਪੈ ਜਾਵੇਗਾ, ਭਾਵੇਂ ਮਰਿਆਦਾ ਚੱਲੇਗੀ। ਉਸ ਮੌਕੇ ਤੇ ਸਤਿਗੁਰੂ ਜੀ ਨੇ ਤੀਰਾਂ ਵਾਲਾ ਭੱਥਾ ਆਪਣੀ ਗਲ ਵਿੱਚੋਂ ਲਾਇਆ ਹੈ ਤੇ ਧਨਕ ਦੇ ਸਹਿਤ ਦਾਸਾਂ ਦੇ ਹੱਥ ਵਿੱਚ ਦਿੱਤਾ ਹੈ। ਤਾਂ ਏਕ ਮੂਲ, ਇੱਕ ਕਹਿੰਦੇ ਮੁੱਢ ਸੀ, ਤਾਂ ਉਸ ਥਾਂ ਦੇ ਉੱਤੇ ਜੰਡ ਸੋ ਤਿੰਨ ਜਿਹੜੇ ਜੰਡ ਸਨ, ਜਿਸ ਥਾਂ ਦੇ ਉੱਤੇ ਮਹਾਰਾਜ ਸਾਹਿਬ ਜੀ ਨੇ ਡੇਰਾ ਕੀਤਾ ਹੈ। ਤਾਂ ਸ਼ਸਤਰ ਉਸ ਜੰਡ ਦੇ ਨਾਲ ਉੱਥੇ ਟੰਗੇ ਹਨ, ਖੜੇ ਕੀਤੇ। ਹੁਣ ਤੀਕ ਕਹਿੰਦੇ ਵੀ ਉਹ ਜੰਡ ਦੇ ਬੂਟੇ ਖਲੋਤੇ ਆ, ਸਿੱਖ ਵੇਖ ਕਰਕੇ ਆਏ ਹਨ। ਜਿਹੜਾ ਵੀ ਉਸ ਸਥਾਨ ਦੇ ਉੱਤੇ ਕਲਗੀਧਰ ਪਾਤਸ਼ਾਹ ਦੇ ਪਿਆਰ ਵਿੱਚ ਕੋਈ ਇੱਛਾ ਕੋਈ ਕਾਮਨਾ ਰੱਖ ਕੇ ਉੱਥੇ ਨਮਸਕਾਰ ਕਰਦਾ ਹੈ, ਉਹ ਦਰਖਤ ਕਹਿੰਦੇ ਗੁਰੂ ਸਾਹਿਬ ਜੀ ਦੀ ਸ਼ੋਭ ਪ੍ਰਾਪਤ ਹੁਣ ਤੀਕ ਕਾਮਨਾ ਪੂਰੀਆਂ ਕਰਦੇ ਜਿਹੜੇ ਭਾਵਨਾ ਨਾਲ ਨਮਸਕਾਰ ਕਰਦੇ ਹਨ। ਇਹ ਜਿਹੜਾ ਨਾਥ ਸੀ ਨਾ, ਜੋਗੀ ਸੀ, ਇਹਦੇ ਕੋਲੇ ਗਾਵਾਂ ਬਹੁਤੀਆਂ ਸਨ। ਤਾਂ ਇਹ ਉਸ ਮੌਕੇ ਦੇ ਉੱਤੇ ਵੇਲੇ ਸਿਰ ਉਹਨਾਂ ਦਾ ਦੁੱਧ ਚੋਂਦਾ ਹੈ ਤੇ ਫਿਰ ਬੱਚੇ ਜਿਹੜੇ ਹਨ ਉਹ ਵੀ ਛੱਡਦਾ ਹੈ। ਪਰ ਇਹਦੀ ਅਜ਼ਮਤ ਜਿਹੜੀ ਸੀ ਉਹਦੇ ਕਰਕੇ ਉਹ ਦੁੱਧ ਨਹੀਂ ਸੀ ਚੰਗਾਉਂਦੀਆਂ। ਇਸ ਪ੍ਰਕਾਰ ਕਹਿੰਦੇ ਵੀ ਇਹ ਮਿੱਟੀ ਦੇ ਬਰਤਨ ਜਿਹੜੇ ਸੀ ਉਹ ਚੜਾ ਦਿੰਦਾ ਹੈ ਤੇ ਉਹ ਦੁੱਧ ਚੋ ਕਰਕੇ ਵੇਲੇ ਨਾਲ ਤੇ ਫਿਰ ਖਿਚੜੀ ਰਿੰਨਦਾ ਹੈ ਮਿੱਟੀ ਦੇ ਭਾਂਡਿਆਂ ਦੇ ਵਿੱਚ, ਖਿਚੜੀ ਪਾ ਕਰਕੇ ਤਾਂ ਉਹ ਖਿਚੜੀ ਖੂਬ ਬਣਾਉਂਦਾ ਹੈ। ਤਾਂ ਇਸ ਤਰੀਕੇ ਦੇ ਨਾਲ ਬਾਕੀ ਹੋਰੇ ਤੇ ਠੀਕਰ ਹੋਏ ਤੇਤੇ ਉਹਨਾਂ ਨੂੰ ਤੋੜਦਾ ਹੈ। ਨਾਥ ਨਾਥ ਹੋਏ ਮਾਨੁਖ ਜੇਤੇ। ਤੋ ਇਹ ਸਾਰੀ ਜਿਹੜੀ ਹੈ ਵਾਰਤਾ ਕੱਲ ਦੇ ਪ੍ਰਸੰਗ ਵਿੱਚ ਸਾਧ ਸੰਗਤ ਜੀ ਪੜਾਂ ਵਿਚਾਰਾਂਗੇ। ਗੁਰੂ ਸਾਹਿਬ ਜੀ ਦੇ ਪਵਿੱਤਰ ਪਾਵਨ ਇਤਿਹਾਸ ਦੇ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣੇ ਅਸੀਸ ਅੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। हे गोविंद हे गोपाल हे दयाल लाल प्राणनाथ अनाथ सखे दीन दर्द निवार। हे समर्थ अगम पूरन मोहे मया तार। अंधकूप महाभयान नानक पारे उतार। आए प्रभ शरणागति कृपा निध दयाल। एक अक्षर हर मन बसत नानक होत। कथा निता व्रत होत है सुनहो सिंह सुजान। नानक गुर गोबिंद सिंह जी सदा करे कल्याण। नानक गुर गोबिंद सिंह जी सदा करे कल्याण। वाहिगुरु जी का खालसा वाहिगुरु जी की फतेह। सत श्री अकाल। वाहिगुरु जी का खालसा वाहिगुरु जी की फतेह।